ਹੈਲੋ ਸਟੂਡੈਂਟਸ, ਵੈਲਕਮ ਇਨ ਯਾਦੂ ਐਜੂਕੇਸ਼ਨ। ਹਾਂਜੀ, ਜਿਸ ਤਰ੍ਹਾਂ ਆਪਾਂ ਲੈਂਗੁਏਜ ਸਕਿੱਲਸ ਕਰ ਰਹੇ ਸੀ, ਪਹਿਲਾਂ 2 ਕਰ ਚੁੱਕੇ ਹਾਂ ਆਪਣੀ ਲਾਸਟ ਕਲਾਸ ਦੇ ਵਿੱਚ। ਲਿਸਨਿੰਗ ਸਕਿੱਲ ਤੇ ਸਪੀਕਿੰਗ ਸਕਿੱਲ ਕੰਪਲੀਟ ਕਰ ਚੁੱਕੇ ਹਾਂ ਤੇ ਅੱਜ ਅਸੀਂ ਰਹਿੰਦੀਆਂ 2 ਲੈਂਗੁਏਜ ਸਕਿੱਲਸ ਨੇ ਜਿਹੜੀਆਂ ਸਾਡੀਆਂ ਉਹ ਕੰਪਲੀਟ ਕਰਾਂਗੇ, ਰੀਡਿੰਗ ਤੇ ਰਾਈਟਿੰਗ ਸਕਿੱਲ। ਹਾਂਜੀ, ਇਹਦੇ ਵਿੱਚ ਆਪਾਂ ਵੇਖ ਲੈਂਦੇ ਹੈਗੇ ਸਾਰਾ ਸਕਿੱਲਸ ਕੀਤੀਆਂ ਸੀ, ਲਿਸਨਿੰਗ, ਸਪੀਕਿੰਗ, ਰੀਡਿੰਗ, ਰਾਈਟਿੰਗ। ਇਹਦੇ ਵਿੱਚ ਆਪਾਂ ਦੇਖਿਆ ਸੀ ਸਮੈਂਟਿਕ ਆਸਪੈਕਟ ਹੁੰਦਾ ਗਾ, ਸਪੀਕਿੰਗ ਹੈ ਜਿਹੜਾ ਸਾਡਾ ਫੋਨੈਟਿਕ ਆਸਪੈਕਟ ਹੁੰਦਾ, ਰੀਡਿੰਗ ਸਕਿੱਲ ਹੈ ਜਿਹੜੀ ਸਾਡੀ ਫੋਨੈਟਿਕ ਕਮ ਗ੍ਰਾਫਿਕ ਆਸਪੈਕਟ ਹੁੰਦੀ ਹੈ, ਤੇ ਰਾਈਟਿੰਗ ਸਕਿੱਲ ਹੈ ਜਿਹੜੀ ਸਾਡੀ ਗ੍ਰਾਫਿਕ ਆਸਪੈਕਟ ਹੁੰਦੀ ਆ। ਫਿਰ ਵੇਖਿਆ ਸੀ ਇਹਨਾਂ 'ਚੋਂ 2 ਸਕਿੱਲਸ ਸਾਡੀਆਂ ਰਿਸੈਪਟਿਵ ਹੁੰਦੀਆਂ ਨੇ ਤੇ 2 ਪ੍ਰੋਡਕਟਿਵ ਹੁੰਦੀਆਂ ਨੇ। ਠੀਕ ਹੈ, ਰਿਸੈਪਟਿਵ ਜਿਹੜੀਆਂ ਹੁੰਦੀਆਂ ਨੇ ਉਹ ਹੈਗੀਆਂ ਲਿਸਨਿੰਗ ਪਲੱਸ ਰੀਡਿੰਗ, ਇਹ ਦੋਨੋਂ ਰਿਸੈਪਟਿਵ ਸਕਿੱਲਸ ਨੇ। ਤੇ ਪ੍ਰੋਡਕਟ ਦੇ ਵਿੱਚ ਸਪੀਕਿੰਗ ਪਲੱਸ ਰਾਈਟਿੰਗ ਆ ਜਾਂਦਾ ਹੈਗਾ। ਫਿਰ ਪ੍ਰਾਇਮਰੀ ਸਕਿੱਲਸ ਦੇਖਿਆ ਸੀ ਤਾਂ ਕਿਹੜੀਆਂ ਨੇ ਸਾਡੀਆਂ ਬੇਸਿਕ ਸਕਿੱਲਸ ਨੇ ਜਿਹੜੀਆਂ ਉਹ ਲਿਸਨਿੰਗ ਤੇ ਸਪੀਕਿੰਗ ਦੋਨੋਂ ਸਾਡੀਆਂ ਪ੍ਰਾਇਮਰੀ ਸਕਿੱਲਸ ਨੇ। ਤੇ ਰੀਇਨਫੋਰਸਮੈਂਟ ਸਕਿੱਲਸ ਦੇਖਿਆ ਸੀ ਅਸੀਂ ਨੇ ਰੀਡਿੰਗ ਪਲੱਸ ਰਾਈਟਿੰਗ, ਇਹ ਦੋਨੋਂ ਰੀਇਨਫੋਰਸਮੈਂਟ ਸਕਿੱਲਸ ਨੇ। ਫਿਰ ਅਸੀਂ ਡਿਟੇਲ ਦੇ ਵਿੱਚ ਲਿਸਨਿੰਗ ਸਕਿੱਲ ਦੇ ਬਾਰੇ ਕੀਤਾ ਸੀ ਕਿ ਇਹਦੇ ਵਿੱਚ 3 ਜਣੇ ਹੁੰਦੇ, ਮੈਸੇਜ ਹੁੰਦਾ ਗਾ, ਇੱਕ ਉਹਨੂੰ ਸੈਂਡ ਕਰਨ ਵਾਲਾ ਹੁੰਦਾ ਤੇ ਇੱਕ ਉਹਨੂੰ ਰਿਸੀਵ ਕਰਨ ਵਾਲਾ ਹੁੰਦਾ। ਪ੍ਰੋਨਾਂਸੀਏਸ਼ਨ ਇਹਦੇ ਵਿੱਚ ਠੀਕ ਕੀਤੀ ਜਾਂਦੀ ਹੈ। ਇਹ ਫੇਸ ਟੂ ਫੇਸ ਕਨਵਰਜੇਸ਼ਨ ਹੁੰਦੀ ਹੈ ਇਹਦੇ ਵਿੱਚ, ਹੈ ਨਾ, ਜਾਂ ਇੱਕ ਨੋਨ ਇੰਟਰੈਕਟਿਵ, 2 ਤਰ੍ਹਾਂ ਦੀ ਹੁੰਦੀ ਹੈ ਇਹ ਵੀ। ਇਹਦੇ ਵਿੱਚ ਬਾਕੀ ਅੱਗੇ ਦੇਖਿਆ ਸੀ ਇੰਟੈਂਸਿਵ ਲਿਸਨਿੰਗ ਹੁੰਦੀ ਜਿਹੜੀ ਪੂਰੀ ਇੱਕ ਪਰਟੀਕੂਲਰ ਪਰਪਸ ਦੇ ਲਈ ਅਸੀਂ ਹੈ ਨਾ ਪੂਰੇ ਇੰਟੈਂਸ ਹੋ ਕੇ ਜੋ ਵੀ ਹੈਗਾ ਸੁਣ ਰਹੇ ਹਾਂ ਧਿਆਨ ਨਾਲ। ਇੱਕ ਹੁੰਦੀ ਐਕਸਟੈਂਸਿਵ ਲਿਸਨਿੰਗ ਜਿਹੜੀ ਹੁੰਦੀ ਹੈਗੀ, ਇਹਦੇ ਵਿੱਚ ਜਸਟ ਅਸੀਂ ਮੇਨ ਆਈਡੀਆ ਵੇਖਣਾ ਹੁੰਦਾ, ਸੈਂਟਰਲ ਆਈਡੀਆ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਅਸੀਂ ਵੇਖਣਾ ਹੁੰਦਾ ਗਾ। ਇਸ ਤੋਂ ਬਾਅਦ ਇਹਦੇ ਏਮਸ ਕੀਤੇ ਸੀ ਕਿ ਕਿਸ ਚੀਜ਼ ਲਈ ਇਹ ਜ਼ਰੂਰੀ ਆ, ਮਤਲਬ ਇਹਦੇ ਹੈ ਨਾ ਸਾਰੇ ਅਸੀਂ ਕੀਤੇ ਸੀ। ਫਿਰ ਅਸੀਂ ਟੀਚਿੰਗ ਮੈਥਡਸ ਕੀਤੇ ਸੀ ਲਿਸਨਿੰਗ ਸਕਿੱਲ ਦੇ, ਉਹ ਕਿਹੜੇ ਕਿਹੜੇ ਸੀ। ਇੱਕ ਅਸੀਂ ਦੇਖਿਆ ਸੀ ਜੀ ਡਿਸਕਸ਼ਨ ਮੈਥਡ ਕੀਤਾ ਸੀ ਨੇ, ਸਪੀਚ ਮੈਥਡ ਕੀਤਾ ਹੈਗਾ। ਫਿਰ ਅਸੀਂ ਕੁਐਸਚਨ ਆਨਸਰ ਮੈਥਡ ਹੁੰਦਾ ਕਿ ਲਾਊਡ ਰੀਡਿੰਗ ਹੁੰਦੀ ਹੈ, ਡਿਕਟੇਸ਼ਨ ਹੁੰਦੇ ਨੇ, ਸਟੋਰੀ ਲਿਸਨਿੰਗ ਹੁੰਦੀ ਹੈ। ਓਕੇ, ਫਿਰ ਅਪਰੋਚਿਸ ਕੀਤੀਆਂ ਸੀ ਜਿਹੜੀ ਸੀ ਆਪਣੀ ਇੱਕ ਬਾਟਮ ਅਪ ਅਪਰੋਚ, ਇੱਕ ਸੀ ਆਪਣੀ ਟੌਪ ਡਾਊਨ ਅਪਰੋਚ। ਇਹ ਵੀ ਕੀਤਾ ਸੀ ਕਿ ਜਿਹੜਾ ਬਾਟਮ ਤੋਂ ਅਪ ਵੱਲ ਜਾਂਦੇ ਨੇ, ਪਹਿਲਾਂ ਐਲਫਾਬੈਟਸ ਸਿਖਾਏ ਜਾਂਦੇ, ਫਿਰ ਵਰਡਸ, ਫਿਰ ਸੈਂਟੈਂਸ ਬਣਾਉਣੇ। ਹੌਲੀ ਹੌਲੀ ਬੱਚਾ ਕੀ ਜਾਂਦਾ ਜਾਂਦਾ ਸਟੋਰੀ ਬਣਾਉਣੀ ਮਤਲਬ ਸਿੱਖ ਜਾਂਦਾ ਗਾ। ਟੌਪ ਡਾਊਨ ਸੀ ਪਹਿਲਾਂ ਸਟੋਰੀ ਤੋਂ ਸ਼ੁਰੂ ਕਰਕੇ ਨੀਚੇ ਐਲਫਾਬੈਟ ਤੱਕ ਆਇਆ ਜਾਂਦਾ ਗਾ। ਠੀਕ ਹੈ, ਫਿਰ ਸਪੀਕਿੰਗ ਸਕਿੱਲ ਸੀ ਆਪਣੀ। ਤਾਂ ਅਸੀਂ ਦੇਖਿਆ ਸੀ ਜਿਹੜੀ ਸਾਡੀ ਸਪੀਕਿੰਗ ਹੁੰਦੀ ਸਕਿੱਲ ਹੈਗੀ ਉਹ ਪ੍ਰੋਡਕਟਿਵ ਹੁੰਦੀ ਹੈ, ਐਕਸਪ੍ਰੈਸਿਵ ਹੁੰਦੀ ਹੈ, ਅਸੀਂ ਆਪਣੇ ਵਿਚਾਰਾਂ ਨੂੰ ਵਿਅਕਤ ਕਰ ਰਹੇ ਹਾਂ, ਐਕਸਪ੍ਰੈਸ ਕਰ ਰਹੇ ਹੁੰਦੇ ਹਾਂ, ਹੈ ਨਾ, ਇਹ ਆਊਟਪੁੱਟ ਸਕਿੱਲ ਹੁੰਦੀ ਹੈਗੀ। ਫਿਰ ਇਹਦੇ ਏਮਸ ਦੇਖੇ ਸੀ ਅੱਗੇ ਆਪਾਂ ਨੇ। ਤਾਂ ਉਸ ਤੋਂ ਬਾਅਦ ਟਾਈਪਸ ਦੇਖੀਆਂ ਸੀ, ਇਹ ਵੀ ਇੰਟਰੈਕਟਿਵ ਹੁੰਦੀ ਹੈ, ਇੱਕ ਪਾਰਸ਼ੀਅਲੀ ਇੰਟਰੈਕਟਿਵ ਹੁੰਦੀ ਹੈ, ਇੱਕ ਨਾਨ ਇੰਟਰੈਕਟਿਵ, ਹੈ ਨਾ। ਇੰਟਰੈਕਟਿਵ ਦੇ ਵਿੱਚ ਫੇਸ ਟੂ ਫੇਸ ਕਨਵਰਜੇਸ਼ਨ, ਦੋਨੋਂ ਜਣੇ ਜਿਹੜੇ ਇਕੱਠੇ ਬੈਠੇ ਮਤਲਬ ਕਿ ਸਪੀਕਿੰਗ ਕਰ ਰਹੇ ਨੇ ਨਾ, ਬੋਲ ਰਹੇ ਨੇ। ਤਾਂ ਪਾਰਸ਼ੀਅਲੀ ਦੇਖਿਆ ਸੀ ਜਿਹੜੇ ਹੈਗੇ ਮਤਲਬ ਉਹਦੇ ਵਿੱਚ ਜਿੱਦਾਂ ਲਾਈਵ ਕਨਵਰਜੇਸ਼ਨ ਹੁੰਦੀ ਆ, ਉਹਦੇ ਵਿੱਚ ਇਹ ਨਹੀਂ ਹੈਗਾ ਕਿ ਸਾਰੇ ਕਮੈਂਟਸ, ਜਿਵੇਂ ਆਪਾਂ ਉਦਾਹਰਨ ਲਈ ਸੀ ਆਪਣੀ ਲਾਈਵ ਕਲਾਸਿਸ ਦੀ, ਵੀ ਸਾਰੇ ਕਮੈਂਟਸ ਦੇਖ ਲਏ ਜਾਂਦੇ ਨੇ, ਕਿਸੇ ਦੇ ਵੇਖ ਲਏ ਜਾਂਦੇ ਨੇ, ਕਿਸੇ ਦੇ ਨਹੀਂ। ਤਾਂ ਉਹ ਕੀ ਹੋ ਜਾਂਦਾ ਇੱਕ ਤਰ੍ਹਾਂ ਨਾਲ ਪਾਰਸ਼ੀਅਲੀ ਇੰਟਰੈਕਟਿਵ ਆ। ਫਿਰ ਦੇਖਿਆ ਸੀ ਜੀ ਨਾਨ ਇੰਟਰੈਕਟਿਵ, ਜਿਹਦੇ ਵਿੱਚ ਜਿਹੜੀ ਵਨ ਵੇ ਕਨਵਰਜੇਸ਼ਨ ਹੁੰਦੀ ਆ। ਫਿਰ 3 ਫੋਲਡਸ ਦੇਖੇ ਸੀ, ਟੀਚਰ ਟੂ ਸਟੂਡੈਂਟ। ਪਹਿਲਾਂ ਕੀ ਹੁੰਦਾ ਗਾ, ਟੀਚਰ ਹੈ ਸਟੂਡੈਂਟਸ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦਾ ਹੈਗਾ। ਫਿਰ ਸਟੂਡੈਂਟ ਟੂ ਟੀਚਰ, ਫਿਰ ਬੱਚੇ ਕੀ ਕਰਦੇ ਨੇ ਉਸ ਇਨਫੋਰਮੇਸ਼ਨ ਦਾ ਰਿਸਪੌਂਡ ਕਰਦੇ ਨੇ, ਰਿਸਪੌਂਸਿੰਗ ਕਰਦੇ ਨੇ, ਠੀਕ ਹੈ, ਉਹਨਾਂ ਨੂੰ ਆਨਸਰ ਦਿੰਦੇ ਨੇ। ਫਿਰ ਟੀਚਰ ਟੂ ਸਟੂਡੈਂਟ ਦੁਆਰਾ ਫਿਰ ਕਲੈਰੀਫਿਕੇਸ਼ਨ ਕਰਦਾ, ਉਹਨਾਂ ਨੂੰ ਡਾਇਗਨੋਸ ਕਰਦਾ, ਇਵੈਲੂਏਟ ਕਰਦਾ ਕਿ ਜਿੰਨੀ ਇਨਫੋਰਮੇਸ਼ਨ ਉਹਨਾਂ ਨੂੰ ਦਿੱਤੀ ਗਈ ਸੀ ਮਤਲਬ ਉਹਦੇ ਬੇਸ 'ਤੇ ਉਹਨਾਂ ਨੂੰ ਇਵੈਲੂਏਟ ਕੀਤਾ ਜਾਂਦਾ। ਫਿਰ ਇਹਦੇ ਕਰੈਕਟਰਿਸਟਿਕਸ ਸੀ ਗੁੱਡ ਸਪੀਕਿੰਗ ਦੀ, ਠੀਕ ਹੈ, ਵੀ ਕਲੈਰਿਟੀ ਹੋਣੀ ਚਾਹੀਦੀ ਹੈ, ਨੈਚੁਰਲ ਹੈ ਜੀ ਇਹ। ਇਹਦੇ ਵਿੱਚ ਫਲੂਐਂਸੀ ਹੁੰਦੀ ਹੈ, ਸਵੀਟਨੈਸ ਹੁੰਦੀ ਹੈਗੀ, ਆਡੀਅנס ਦੇ ਲੈਵਲ ਦੀ ਹੋਣੀ ਚਾਹੀਦੀ ਹੈ, ਸਿਚੁਏਸ਼ਨਲ ਹੋਣੀ ਚਾਹੀਦੀ ਹੈ, ਅੰਡਰਸਟੈਂਡੇਬਲ ਹੋਣੀ ਚਾਹੀਦੀ ਹੈ ਨਾ। ਫਿਰ ਇਸ ਦੇ ਵੀ ਅਸੀਂ ਨੇ ਅੱਗੇ ਮੈਥਡਸ ਦੇਖੇ ਸੀ ਜਿਹੜੇ ਸੀਗੇ ਡਿਸਕਸ਼ਨ ਮੈਥਡ ਹੋ ਗਿਆ, ਉਹੀ ਸੇਮ ਉਹਦੇ ਨਾਲ ਦੀ ਲਾਊਡ ਰੀਡਿੰਗ ਮੈਥਡ, ਕਨਵਰਜੇਸ਼ਨ ਮੈਥਡ, ਸਪੀਚ ਮੈਥਡ, ਕੁਐਸਚਨ ਆਨਸਰ ਮੈਥਡ, ਸਟੋਰੀ ਟੈਲਿੰਗ ਮੈਥਡ, ਪਿਕਚਰ ਡਿਸਕ੍ਰਿਪਸ਼ਨ ਮੈਥਡ, ਪੋਇਮ ਰਿਸਾਈਟੇਸ਼ਨ ਮੈਥਡ। ਓਕੇ, ਅੱਜ ਅਸੀਂ ਜਿਹੜਾ ਸ਼ੁਰੂ ਕਰਦੇ ਹਾਂ ਜੀ ਇਹ ਸਪੀਚ ਨਾਲ ਰਿਲੇਟਡ ਕੁਝ ਟਰਮਸ ਨੇਗੇ ਜਿਹੜੀ ਡਿਫੀਕਲਟੀ ਟਰਮਸ ਹੁੰਦੀਆਂ ਨੇ। ਠੀਕ ਹੈ, ਸਪੀਚ ਡਿਫੀਕਲਟੀ ਟਰਮਸ ਜਿਹਨੂੰ ਅਸੀਂ ਬੋਲਦੇ ਹਾਂ। ਤਾਂ ਉਹਦੇ ਵਿੱਚ ਦੇਖੋ ਜੀ ਫਸਟ ਹੈ ਸਾਡਾ ਲਿਸਪਿੰਗ। ਲਿਸਪਿੰਗ ਕੀ ਹੁੰਦਾ ਗਾ, ਲਿਸਪਿੰਗ ਨੂੰ ਅਸੀਂ ਕਹਿੰਦੇ ਹਾਂਗੇ ਕਿ ਇਹ ਹੁੰਦਾ ਗਾ ਤੁਤਲਾਉਣਾ। ਜਿਹੜੇ ਬੱਚੇ ਹੁੰਦੇ ਨੇਗੇ ਕਲੀਅਰ ਸ਼ਬਦਾਂ ਨੂੰ ਨਹੀਂ ਬੋਲ ਪਾਉਂਦੇ, ਹੈ ਨਾ, ਕਈ ਸ਼ਬਦ ਹੁੰਦੇ ਨੇ ਬੱਚੇ ਤੁਤਲਾ ਕੇ ਬੋਲਦੇ ਨੇ, ਤੋਤਲੇ ਬੋਲਦੇ ਨੇ, ਤਾਂ ਉਹ ਚੀਜ਼ ਕੀ ਹੁੰਦੀ ਕਿ ਉਹਨੂੰ ਲਿਸਪਿੰਗ ਕਿਹਾ ਜਾਂਦਾ ਗਾ। ਓਕੇ, ਜਿਹੜੇ ਮਤਲਬ ਇਹਦੇ ਵਿੱਚ ਕੀ ਅਸੀਂ ਪੰਜਾਬੀ 'ਚ ਲਿਖ ਸਕਦੇ ਹਾਂ, ਤੁਤਲਾਉਣਾ। ਠੀਕ ਹੈ, ਬੱਚੇ ਤੁਤਲਾਉਂਦੇ ਨੇ, ਕਾਂਟ ਸਪੀਕ ਵਰਡਸ, ਹੈ ਨਾ, ਕਈ ਵਰਡਸ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਬੱਚੇ ਸਹੀ ਤਰ੍ਹਾਂ ਨਾਲ ਨਹੀਂ ਬੋਲ ਪਾਉਂਦੇ ਹੈਗੇ। ਤਾਂ ਉਹ ਅਸੀਂ ਕਹਿੰਦੇ ਕਿ ਇਹ ਕਿਹੜੀ ਟਰਮ ਹੈ ਜੀ, ਇਹ ਲਿਸਪਿੰਗ ਹੁੰਦੀ ਹੈਗੀ, ਮਤਲਬ ਬੋਲਣ ਦੇ ਵਿੱਚ ਜਿਹੜੀ ਦਿੱਕਤ ਆਉਂਦੀ ਬੱਚੇ ਨੂੰ। ਨੈਕਸਟ ਹੈ ਸਲਰਿੰਗ। ਹਾਂਜੀ, ਸਲਰਿੰਗ ਕੀ ਹੁੰਦਾ ਗਾ, ਇਹ ਹੁੰਦਾ ਗਾ ਜਿਵੇਂ ਜਿਸ ਤਰ੍ਹਾਂ ਹੁੰਦੇ ਨੇ ਬੱਚੇ ਕੀ ਹੁੰਦਾ ਗਾ ਵੀ ਬੜੇ ਅਸਪਸ਼ਟ ਬੋਲਦੇ ਹੁੰਦੇ ਨੇ, ਕਈ ਤਾਂ ਹੁੰਦੇ ਨੇ ਜ਼ਿਆਦਾ ਫਾਸਟ ਬੋਲਦੇ ਹੁੰਦੇ ਨੇ, ਹੈ ਨਾ, ਤਾਂ ਕਰਕੇ ਉਹਨਾਂ ਦੀ ਸਮਝ ਘੱਟ ਆਉਂਦੀ ਹੈ, ਕਈ ਵਰਡਸ ਨੂੰ ਮਿਸ ਕਰ ਜਾਂਦੇ ਨੇ ਬੋਲਦੇ ਬੋਲਦੇ।
ਤਾਂ ਕਿ ਇਹਦੇ ਵਿੱਚ ਕੀ ਹੈਗਾ, ਬੱਚੇ ਮਤਲਬ ਪੂਰੀ ਸਪਸ਼ਟ ਤਰੀਕੇ ਨਾਲ ਨਹੀਂ ਬੋਲ ਪਾਉਂਦੇ, ਪ੍ਰੋਪਰ ਨਹੀਂ ਬੋਲ ਪਾਉਂਦੇ ਹੈਗੇ। ਜ਼ਿਆਦਾ ਫਾਸਟ ਬੋਲਣ ਨਾਲ ਵੀ ਕਈ ਵਰਡਸ ਮਿਸ ਹੋ ਜਾਂਦੇ ਨੇ, ਉਹਨਾਂ ਦੇ ਵਰਡਸ ਸਾਨੂੰ ਨਹੀਂ ਸਮਝ ਆਉਂਦੀ ਹੈਗੀ ਕਿ ਇਹਨੇ ਕੀ ਕਿਹਾ ਬੱਚੇ ਨੇ, ਹੈ ਨਾ। ਤਾਂ ਉਹਦੇ ਵਿੱਚ ਉਹ ਕੀ ਆ ਜਾਂਦਾ ਗਾ, ਤਾਂ ਸਾਨੂੰ ਸਮਝਣ ਦੇ ਵਿੱਚ ਵੀ ਦਿੱਕਤ ਆਉਂਦੀ ਆ, ਲਿਸਨਰ ਨੂੰ ਵੀ ਦਿੱਕਤ ਆਉਂਦੀ ਹੈ ਜਦੋਂ ਬੱਚਾ ਸਪੀਕਿੰਗ ਕਰ ਰਿਹਾ ਹੈਗਾ, ਹੈ ਨਾ, ਬੋਲ ਰਿਹਾ ਹੈਗਾ ਬੱਚਾ, ਜਦੋਂ ਉਹ ਸਹੀ ਸ਼ਬਦਾਂ ਨੂੰ ਨਹੀਂ ਬੋਲ ਪਾ ਰਿਹਾ ਹੈਗਾ, ਸਲਰਿੰਗ ਬੋਲਦੇ ਨੂੰ, ਅਸਪਸ਼ਟ ਬੋਲਣਾ ਜਿਹਨੂੰ ਕਹਿ ਦਿੰਦੇ ਹੈਗੇ। ਓਕੇ, ਥਰਡ ਹੈ ਸਾਡਾ ਸਟੈਮਰਿੰਗ। ਸਟੈਮਰਿੰਗ ਕੀ ਹੁੰਦਾ ਗਾ, ਇਹ ਹਕਲਾਉਣਾ ਕਿਹਾ ਜਾਂਦਾ ਇਹਨੂੰ, ਜਿਹੜੇ ਬੱਚੇ ਹੱਕ ਪਾ ਕੇ ਬੋਲਦੇ ਨੇ ਨਾ, ਇਹਨੂੰ ਬੋਲ ਦੋ ਅਸਪਸ਼ਟ ਬੋਲ। ਓਕੇ, ਸਟੈਮਰਿੰਗ ਇਹ ਹਕਲਾਉਣਾ, ਜਿਹੜੇ ਬੱਚੇ ਹੱਕ ਪਾ ਕੇ ਬੋਲਦੇ ਨੇ, ਠੀਕ ਹੈ। ਇਹਨੂੰ ਸਟਟਰਿੰਗ ਵੀ ਬੋਲਿਆ ਜਾਂਦਾ। ਇੱਕ ਹੋਰ ਲੈ, ਇਹਨੂੰ ਸਟਟਰਿੰਗ। ਓਕੇ, ਇਹ ਹੱਕ ਪਾ ਕੇ ਬੋਲਦੇ ਨੇ। ਅੱਗੇ ਅਫੇਜ਼ੀਆ। ਹਾਂਜੀ, ਅਫੇਜ਼ੀਆ ਸਾਨੂੰ ਪਤਾ ਹੀ ਹੈ, ਇਹ ਕੀ ਹੁੰਦਾ ਗਾ ਵੀ ਇੱਕ ਸਾਡੇ ਵੀ ਕਿਸੇ ਐਬਿਲਿਟੀ ਦੀ ਘਾਟ ਹੁੰਦੀ ਹੈਗੀ, ਕਿਸ ਚੀਜ਼ ਦੀ, ਅਸੀਂ ਲੈਂਗੁਏਜ ਨੂੰ ਨਹੀਂ ਸਮਝ ਪਾਉਂਦੇ ਹੈਗੇ, ਹੈ ਨਾ, ਕਿਸੇ ਵੀ ਲੈਂਗੁਏਜ ਨੂੰ ਅੰਡਰਸਟੈਂਡ ਨਹੀਂ ਕਰ ਪਾਉਂਦੇ ਹੈਗੇ ਅਸੀਂ, ਜੋ ਕੋਈ ਵੀ ਜਾਂ ਉਹ ਬੋਲੀ ਗਈ ਹੈ ਜਾਂ ਉਹ ਲਿਖੀ ਹੋਈ ਹੈਗੀ ਲੈਂਗੁਏਜ, ਜਿਹਨੂੰ ਅਸੀਂ ਨਹੀਂ ਪੜ੍ਹ ਪਾਉਂਦੇ ਹੈਗੇ, ਉਹਨੂੰ ਬੋਲਦੇ ਹਾਂ ਅਫੇਜ਼ੀਆ, ਠੀਕ ਹੈ। ਮਤਲਬ ਲੈਂਗੁਏਜ ਨਾਲ ਵੀ ਇਹ ਰਿਲੇਟਡ ਹੈ, ਡਿਫੀਕਲਟੀ ਹੈ ਜਿਹੜੀ ਸਾਡੀ। ਨੈਕਸਟ ਇੱਕ ਟਰਮ ਹੁੰਦੀ ਹੈ ਐਕਸਟੈਂਪਰ। ਇਹ ਦੋਨੋਂ ਵੈਸੇ ਸਪੀਚ ਡਿਫੀਕਲਟੀ ਦੇ ਵਿੱਚ ਨਹੀਂ ਆਉਂਦੀਆਂ, ਇਹ ਦੋਨੋਂ ਅਲੱਗ ਤੋਂ ਨੇ ਟਰਮਸ। ਓਕੇ, ਇਹਦੇ ਵਿੱਚ ਨਹੀਂ ਹੈਗੀ ਇਹ। ਐਕਸਟੈਂਪਰ, ਐਕਸਟੈਂਪਰ ਕੀ ਹੁੰਦਾ ਗਾ, ਜਦੋਂ ਸਾਨੂੰ ਬੋਲਣ ਲਈ ਕਿਹਾ ਜਾਂਦਾ ਹੈਗਾ, ਠੀਕ ਹੈ, ਐਟ ਏ ਟਾਈਮ ਬੋਲਣਾ ਜਿਹਨੂੰ ਕਹਿੰਦੇ ਹੈਗੇ, ਮਤਲਬ ਪਹਿਲਾਂ ਅਸੀਂ ਕੋਈ ਪ੍ਰੈਪਰੇਸ਼ਨ ਨਹੀਂ ਕੀਤੀ ਹੈਗੀ ਗੀ, ਪਹਿਲਾਂ ਪ੍ਰੀ ਪ੍ਰੈਪਰੇਸ਼ਨ ਕੋਈ ਨਹੀਂ ਕੀਤੀ ਹੈਗੀ, ਪਹਿਲਾਂ ਤੋਂ ਕੋਈ ਸਪੀਚ ਦੇਣੀ ਆ, ਤਾਂ ਐਟ ਏ ਟਾਈਮ ਸਾਨੂੰ ਸਪੀਚ ਦੇਣ ਲਈ ਕਿਹਾ ਜਾਂਦਾ, ਜਿਹੜੀ ਮੌਕੇ 'ਤੇ ਬੋਲ ਦਿਆਂਗੇ ਅਸੀਂ ਸਪੀਚ, ਤਾਂ ਉਹਨੂੰ ਕੀ ਕਹਿ ਜਾਂਦਾ ਗਾ ਜੀ, ਐਕਸਟੈਂਪਰ ਹੁੰਦੀ ਹੈ। ਅੱਗੇ ਡੈਕਲਾਮੇਸ਼ਨ। ਡੈਕਲਾਮੇਸ਼ਨ ਇੱਕ ਟਰਮ ਐਸੀ ਹੈਗੀ, ਇਹਦੇ ਵਿੱਚ ਕੀ ਹੁੰਦਾ ਗਾ, ਜਿਸ ਤਰ੍ਹਾਂ ਕਿਸੇ ਦੇ ਕਹੇ ਹੋਏ ਸ਼ਬਦਾਂ ਨੂੰ ਅਸੀਂ ਕੀ ਕਰਦੇ ਆਂਗੇ, ਮਤਲਬ ਕਿਸੇ ਦੀ ਕੋਈ ਪਹਿਲਾਂ ਸਪੀਚ ਦਿੱਤੀ ਹੋਈ ਆ, ਤਾਂ ਉਹਨੂੰ ਅਸੀਂ ਐਜ਼ ਇਟ ਇਜ਼ ਚੱਕ ਲਿਆ, ਅਸੀਂ ਆਪ ਬੋਲ ਰਹੇ ਹਾਂ, ਬਟ ਕੀ ਇਹ ਫੀਲ ਕਰਕੇ ਬੋਲ ਰਿਹਾ ਕਿ ਮੇਰੀ ਉਹ ਸਪੀਚ ਆ, ਮੈਂ ਮਤਲਬ ਕਿ ਆਪਣੇ ਆਪ ਨੂੰ ਉਸ ਇਨਸਾਨ ਦੀ ਜਗ੍ਹਾ ਰੱਖ ਕੇ ਬੋਲਣਾ ਜਿਹਨੇ ਪਹਿਲਾਂ ਉਹ ਸਪੀਚ ਦਿੱਤੀ ਹੋਈ ਆ। ਮੰਨ ਕੇ ਚੱਲਦੇ, ਜਿਸ ਤਰ੍ਹਾਂ ਵੀ ਮਹਾਤਮਾ ਗਾਂਧੀ ਦੀ ਸਪੀਚ ਹੋਈ ਹੈ ਨਾ, ਭਗਤ ਸਿੰਘ ਦੀ ਹੋਈ, ਲਾਲਾ ਲਾਜਪਤ ਰਾਏ, ਜੋ ਵੀ ਨੇ ਇਹਨਾਂ ਦੀ ਸਪੀਚ ਹੈਗੀ, ਤਾਂ ਜਿਹੜੀ ਇਹਨਾਂ ਦੀ ਸਪੀਚ ਭਾਸ਼ਣ ਪਹਿਲਾਂ ਦਿੱਤਾ ਹੋਇਆਗਾ, ਉਹਨੂੰ ਅਸੀਂ ਆਪ ਸਟੇਜ 'ਤੇ ਪਰਫਾਰਮ ਕਰਨਾ, ਅਸੀਂ ਬੋਲਣਾ, ਤਾਂ ਅਸੀਂ ਉਹ ਫੀਲਿੰਗ ਨਾਲ ਬੋਲ ਰਹੇ ਹਾਂ ਕਿ ਅਸੀਂ ਉਹੀ ਇਨਸਾਨ ਬੋਲ ਰਹੇ ਹਾਂ, ਤਾਂ ਉਹਨੂੰ ਅਸੀਂ ਬੋਲਦੇ ਹਾਂ ਡੈਕਲਾਮੇਸ਼ਨ। ਓਕੇ, ਅੱਗੇ ਜੀ ਰੀਡਿੰਗ ਸਕਿੱਲ। ਹਾਂਜੀ, ਹੁਣ ਆਪਣੀ ਥਰਡ ਚੱਲ ਪਈ ਰੀਡਿੰਗ ਸਕਿੱਲ। ਇਹਦੇ ਵਿੱਚ ਏਮਸ ਆਫ ਰੀਡਿੰਗ ਸਕਿੱਲ, ਕੀ ਏਮਸ ਨੇ? ਦ ਏਮਸ ਆਫ ਰੀਡਿੰਗ ਆਰ ਟੂ ਆਲ ਗੈਟ ਦ ਮੀਨਿੰਗ ਆਫ ਦ ਟੈਕਸਟ। ਇਹਦੇ ਵਿੱਚ ਕੀ ਹੁੰਦਾ ਗਾ, ਏਮ ਕੀ ਹੁੰਦਾ ਗਾ ਰੀਡਿੰਗ ਦਾ ਮੇਨ, ਕਿ ਜੋ ਵੀ ਟੈਕਸਟ ਹੈਗਾ ਉਹਦਾ ਅਸੀਂ ਮੀਨਿੰਗ ਪਤਾ ਕਰਨਾ ਗਾ, ਵੀ ਉਹਦੇ ਵਿੱਚ ਕੀ ਕਿਹਾ ਗਿਆ ਗੱਲ ਦੇ ਵਿੱਚ, ਹੈ ਨਾ। ਤਾਂ ਮੀਨਿੰਗ ਦਾ ਪਤਾ ਕਰਨਾ ਮਤਲਬ ਉਹ ਰੀਡਿੰਗ ਹੁੰਦਾ, ਰੀਡਿੰਗ ਕਰਦੇ ਹੀ ਅਸੀਂ ਮੀਨਿੰਗ ਦੇ ਲਈ ਹੁੰਦੇ ਹਾਂ, ਹੈ ਨਾ। ਦ ਏਮ ਆਫ ਰੀਡਿੰਗ ਇਜ਼ ਟੂ ਇੰਪਾਰਟ ਨੌਲੇਜ ਅਬਾਊਟ ਕਲਚਰਲ ਹੈਪਨਿੰਗਸ। ਤਾਂ ਸਾਡੇ ਕਲਚਰਲ ਹੈਪਨਿੰਗਸ, ਜੋ ਵੀ ਸਾਡੇ ਸੱਭਿਆਚਾਰ ਦੇ ਵਿੱਚ ਹੋ ਰਿਹਾ, ਮਤਲਬ ਸਮਾਜ ਦੇ ਵਿੱਚ, ਸੁਸਾਇਟੀ ਦੇ ਵਿੱਚ ਜੋ ਵੀ ਵਾਪਰ ਰਿਹਾ, ਹੈ ਨਾ, ਕਲਚਰ ਸਾਡਾ ਕਿਸ ਤਰ੍ਹਾਂ ਨਾਲ, ਤਾਂ ਉਸ ਚੀਜ਼ ਦੀ ਨੌਲੇਜ ਇੰਪਾਰਟ ਕਰਨਾ ਕੀ ਹੁੰਦਾ ਗਾ, ਰੀਡਿੰਗ ਦਾ ਏਮ ਹੁੰਦਾ ਗਾ। ਅਸੀਂ ਪੜ੍ਹਦੇ ਹਾਂ, ਬੁੱਕਸ ਪੜ੍ਹਦੇ ਹਾਂ ਜਿਹੜੀਆਂ ਬਾਹਰ, ਤਾਂ ਉਹ ਕੀ ਹੁੰਦਾ, ਸਾਨੂੰ ਸਾਡੀ ਸੁਸਾਇਟੀ ਬਾਰੇ, ਸਾਡੇ ਕਲਚਰ ਦੇ ਬਾਰੇ ਕੀ ਦੱਸਿਆ ਜਾਂਦਾ ਗਾ। ਰੀਡਿੰਗ ਸਕਿੱਲ ਡਿਵੈਲਪਰਸ ਐਪਰੋਪਰੀਏਟ ਵਿਊਜ਼ ਟੁਵਾਰਡਸ ਦ ਸੁਸਾਇਟੀ, ਪੋਲੀਟਿਕਸ, ਕਲਚਰ, ਇੰਪਲੋਇਮੈਂਟ, ਕ੍ਰਿਟਿਕਸ ਐਕਸੈਟਰਾ। ਤਾਂ ਰੀਡਿੰਗ ਸਕਿੱਲ ਹੁੰਦੀ ਜਿਹੜੀ ਕਹਿੰਦੀ ਸਾਡੇ ਵਿੱਚ ਕੀ ਡਿਵੈਲਪ ਕਰਦੀ ਹੈ, ਸਾਡੇ ਵਿਊਜ਼ ਨੂੰ ਡਿਵੈਲਪ ਕਰਦੀ ਹੈ। ਕਿਸ ਚੀਜ਼ ਨਾਲ ਰਿਲੇਟਡ ਵਿਊਜ਼? ਸਾਡੇ ਸਮਾਜ ਦੇ ਨਾਲ, ਸਾਡੀ ਰਾਜਨੀਤੀ ਦੇ ਵਿੱਚ, ਕਲਚਰ ਦੇ ਨਾਲ, ਹੈ ਨਾ, ਇੰਪਲੋਇਮੈਂਟ ਦੇ ਨਾਲ, ਜਾਂ ਕ੍ਰਿਟਿਕਸ ਜਿਹੜੀ ਆਲੋਚਨਾਵਾਦੀ ਹੁੰਦੇ ਨੇ। ਤਾਂ ਮਤਲਬ ਕੀ ਹੈਗਾ, ਸਾਡੇ ਹਰ ਇੱਕ ਵਿਊ ਨੂੰ ਕੀ ਕੀਤਾ ਜਾਂਦਾ ਗਾ, ਇਹਦੇ ਰਾਹੀਂ ਰੀਡਿੰਗ ਸਕਿੱਲ ਦੇ ਥਰੂ ਕੀ ਕੀਤਾ ਜਾਂਦਾ ਜੀ, ਉਹ ਇੰਪਰੂਵ ਕੀਤਾ ਜਾਂਦਾ ਗਾ, ਮਤਲਬ। ਠੀਕ ਹੈ, ਨੈਕਸਟ ਹੈ ਟੂ ਟੀਚ ਦ ਸਟੂਡੈਂਟਸ ਵੇਰੀਅਸ ਸਿੰਬਲਸ ਐਂਡ ਸਕ੍ਰਿਪਟ ਆਫ ਐਲਫਾਬੈਟਸ। ਬੱਚਿਆਂ ਨੂੰ ਕੀ ਚੀਜ਼, ਅਲੱਗ-ਅਲੱਗ ਚਿੰਨ੍ਹ ਨੇ ਜਿਹੜੇ ਸਿੰਬਲਸ ਨੇ, ਹੈ ਨਾ, ਜਾਂ ਫਿਰ ਜਿਹੜੇ ਐਲਫਾਬੈਟਸ ਨੇਗੇ, ਜਾਂ ਸਕ੍ਰਿਪਟ ਐਂਡ ਹੋਣਾ ਸੀ ਤੇ ਜਿਹੜੀ ਸਕ੍ਰਿਪਟ ਹੈ, ਸਾਨੂੰ ਲਿਪੀ ਬਾਰੇ ਕੀ ਹੈ ਬੱਚਿਆਂ ਨੂੰ ਸਿਖਾਇਆ ਜਾਂਦਾ ਗਾ, ਹੈ ਨਾ। ਟੂ ਮੇਕ ਦ ਸਟੂਡੈਂਟਸ ਕੈਪੇਬਲ ਆਫ ਰੀਡਿੰਗ ਕਰੈਕਟਲੀ ਵਿਦ ਐਪਰੋਪਰੀਏਟ ਐਕਸਪ੍ਰੈਸ਼ਨ। ਬੱਚਿਆਂ ਨੂੰ ਇਸ ਚੀਜ਼ ਦੇ ਕੈਪੇਬਲ ਬਣਾਇਆ ਜਾਂਦਾ ਗਾ ਕਿ ਉਹ ਮਤਲਬ ਕਿ ਇੱਕ ਸਹੀ ਐਕਸਪ੍ਰੈਸ਼ਨ ਦੇ ਵਿੱਚ ਕੀ ਹੈਗਾ, ਰੀਡ ਕਰ ਸਕਣ, ਸਹੀ ਐਕਸਪ੍ਰੈਸ਼ਨ ਵੀ ਸਹੀ ਹੋਵੇ, ਬੋਲਣ ਦਾ ਲਹਿਜ਼ਾ ਵੀ ਸਹੀ ਹੋਵੇ ਉਹਨਾਂ ਦਾ, ਹੈ ਨਾ, ਤਾਂ ਉਸ ਚੀਜ਼ ਦੇ ਕੈਪੇਬਲ ਬਣਾਇਆ ਜਾਂਦਾ। ਟੂ ਮੇਕ ਸਟੂਡੈਂਟਸ ਕੌਨਫੀਡੈਂਟ ਇਨ ਔਰਲ ਐਕਸਪ੍ਰੈਸ਼ਨ। ਬੱਚਿਆਂ ਨੂੰ ਔਰਲ ਐਕਸਪ੍ਰੈਸ਼ਨ ਦੇ ਵਿੱਚ ਵੀ ਕੌਨਫੀਡੈਂਟ ਬਣਾਇਆ ਜਾਂਦਾ। ਹੁਣ ਦੇਖੋ, ਅਸੀਂ ਜਦੋਂ ਪੜ੍ਹ ਰਹੇ ਹਾਂਗੇ, ਪੜ੍ਹ ਕੇ ਬੋਲ ਰਹੇ ਹਾਂ, ਜਾਂ ਬੋਲ ਕੇ ਅਸੀਂ ਪੜ੍ਹੀ ਜਾ ਰਹੇ ਹਾਂਗੇ, ਤਾਂ ਅਸੀਂ ਇੱਕ ਤਰ੍ਹਾਂ ਨਾਲ ਸਪੀਕਿੰਗ ਵੀ ਕਰ ਰਹੇ ਹਾਂਗੇ, ਔਰਲ ਬੋਲ ਵੀ ਰਹੇ ਹਾਂ। ਤਾਂ ਇਸ ਚੀਜ਼ ਦੇ ਵਿੱਚ ਬੱਚਿਆਂ ਨੂੰ ਕੌਨਫੀਡੈਂਟ, ਉਹਨਾਂ ਦੇ ਵਿੱਚ ਇੰਨਾ ਕੁ ਕੌਨਫੀਡੈਂਸ ਭਰਿਆ ਜਾਂਦਾ ਗਾ ਕਿ ਉਹ ਕੀ ਹੈਗਾ, ਆਪਣਾ ਚੰਗੀ ਤਰ੍ਹਾਂ ਬੋਲ ਸਕਣ, ਹੈ ਨਾ। ਟੂ ਇੰਡਿਊਸ ਦ ਹੈਬਿਟ ਆਫ ਸੈਲਫ ਸਟੱਡੀ ਇਨ ਦ ਸਟੂਡੈਂਟ। ਸਟੂਡੈਂਟ ਦੇ ਵਿੱਚ ਸੈਲਫ ਸਟੱਡੀ ਦੀ ਜਿਹੜੀ
ਹੈਬਿਟ ਹੈਗੀ ਉਹਨੂੰ ਇੰਪਰੂਵ ਕਰਨ ਦੇ ਲਈ ਵੀ ਰੀਡਿੰਗ ਜ਼ਰੂਰੀ ਹੈ, ਇਹ ਰੀਡਿੰਗ ਦਾ ਏਮ ਹੈਗਾ। ਨੈਕਸਟ ਹੈ ਮੈਥਡਸ ਆਫ ਰੀਡਿੰਗ ਸਕਿੱਲ। ਲੈਟਰ ਰਿਸਾਈਟੇਸ਼ਨ ਮੈਥਡ ਹਾਂਜੀ ਪਹਿਲਾ ਹੈਗਾ ਲੈਟਰ ਵਿੱਚ ਕੀ ਹੈਗਾ, ਹੁਣ ਅਸੀਂ ਟੀਚਰ ਦੇ ਪਿੱਛੇ ਪਿੱਛੇ ਰਿਸਾਈਟ ਕਰਵਾਉਣਾ ਟੀਚਰ ਨੇ, ਹੈ ਨਾ। ਰਿਸਾਈਟੇਸ਼ਨ ਦਾ ਮਤਲਬ ਹੀ ਹੁੰਦਾ ਨਾ ਪਿੱਛੇ ਪਿੱਛੇ ਬੋਲਣਾ। ਤਾਂ ਜਿਵੇਂ ਟੀਚਰ ਬੋਲ ਰਿਹਾ ਹੈਗਾ ਕਿ ਬੱਚਿਆਂ ਨੂੰ ਲੈਟਰਸ ਬੋਲ ਰਿਹਾ ABCDE, ਓਕੇ। ਟੀਚਰ ਸਾਹਮਣੇ ਪਹਿਲਾਂ ਬੋਲ ਰਿਹਾ ਤਾਂ ਉਹਦੇ ਪਿੱਛੇ ਪਿੱਛੇ ਬੱਚੇ ਉਹਨਾਂ ਲੈਟਰਸ ਨੂੰ ਕੀ ਕਰ ਰਹੇ ਨੇ, ਦੁਬਾਰਾ ਬੋਲ ਰਹੇ ਨੇ, ਉਹਨੂੰ ਬੋਲਦੇ ਹਾਂ ਅਸੀਂ ਲੈਟਰ ਰਿਸਾਈਟੇਸ਼ਨ ਮੈਥਡ। ਛੋਟੀਆਂ ਕਲਾਸਿਸ ਦੇ ਵਿੱਚ ਹੁੰਦਾ ਗਾ, ਰੀਡਿੰਗ ਸਿਖਾਈ ਜਾਂਦੀ ਹੈ ਜਦੋਂ ਬੱਚੇ ਨੂੰ, ਤਾਂ ਪਹਿਲਾਂ ਸਾਹਮਣੇ ਟੀਚਰ ਬੋਲ ਰਿਹਾ ਹੈਗਾ, ਫਿਰ ਬੱਚੇ ਉਹਦੇ ਪਿੱਛੇ ਪਿੱਛੇ ਬੋਲ ਰਹੇ ਨੇ, ਹੈ ਨਾ। ਫਿਰ ਹੈ ਜੀ ਐਲਫਾਬੈਟੀਕਲ ਮੈਥਡ। ਐਲਫਾਬੈਟੀਕਲ ਦੇ ਵਿੱਚ ਕੀ ਹੈਗਾ, ਉਹਨਾਂ ਨੂੰ ਬੱਚਿਆਂ ਨੂੰ ਫਿਰ ਐਲਫਾਬੈਟਸ ਸਿਖਾਏ ਜਾਂਦੇ ਨੇ। ਤਾਂ ਉਸ ਤੋਂ ਬਾਅਦ ਕੀ ਹੈਗਾ, ਬੱਚੇ ਜਿਸ ਤਰ੍ਹਾਂ ਨਾਲ A ਫॉर ਐਪਲ ਸਿੱਖ ਜਾਂਦੇ ਨੇ, ਓਕੇ, ਮਤਲਬ ਹੈ ਨਾ, B ਫॉर ਬਾਲ। ਤਾਂ ਇਸ ਤਰ੍ਹਾਂ ਨਾਲ ਕੀ ਹੈਗਾ, ਬੱਚੇ ਹੌਲੀ ਹੌਲੀ ਮਤਲਬ ਅੱਗੇ ਵਧਦੇ। ਇਹਦੇ ਵਿੱਚ ਇਕੱਲੇ ਇਕੱਲੇ ਲੈਟਰ ਤੇ ਸੀ, ਇੱਥੇ ਅੱਗੇ ਜਾ ਕੇ ਉਹਨਾਂ ਨੇ ਸਿੱਖ ਲਿਆ ਜਾ ਕੇ ਵਰਡਸ, ਹੈ ਨਾ। ਐਪਲ ਹੁੰਦਾ A ਦਾ ਮਤਲਬ A ਫॉर ਐਪਲ ਹੁੰਦਾ, B ਫॉर ਬਾਲ ਹੁੰਦਾ ਗਾ, ਓਕੇ। ਇਹਨੂੰ ਅਸੀਂ ਲੁੱਕ ਐਂਡ ਸੀ ਮੈਥਡ ਵੀ ਕਹਿੰਦੇ ਹਾਂ, ਸੌਰੀ ਲੁੱਕ ਐਂਡ ਸੇ, ਲੁੱਕ ਐਂਡ ਸੇ ਮਤਲਬ ਦੇਖੋ ਤੇ ਬੋਲੋ, ਹੈ ਨਾ। ਲੁੱਕ ਐਂਡ ਸੇ ਮੈਥਡ ਵੀ ਕਿਹਾ ਜਾਂਦਾ ਇਹਨੂੰ। ਨੈਕਸਟ ਹੈ ਜੀ ਸਾਡਾ ਫੋਨੈਟਿਕ ਮੈਥਡ। ਫੋਨੈਟਿਕ ਸਾਡਾ ਸਾਊਂਡਸ ਨਾਲ ਸੰਬੰਧਿਤ ਹੁੰਦਾ ਗਾ, ਓਕੇ। ਜਿੱਦਾਂ ਇੱਕੋ ਸਾਊਂਡ ਦੇ ਅਲੱਗ-ਅਲੱਗ ਵਰਡਸ ਬੱਚਿਆਂ ਨੂੰ ਸਿਖਾਏ ਜਾਂਦੇ ਨੇ, ਜਿਸ ਤਰ੍ਹਾਂ RAT ਰੈਟ, CAT ਕੈਟ, BAT ਬੈਟ, ਓਕੇ। ਤਾਂ ਇਸ ਤਰ੍ਹਾਂ ਨਾਲ ਇੱਕੋ ਸਾਊਂਡ ਦੇ ਜਿਹੜੇ ਬੱਚਿਆਂ ਨੂੰ ਸਿਖਾਏ ਜਾਂਦੇ ਨੇਗੇ ਇਸ ਵਿਧੀ ਨਾਲ, ਉਹਨੂੰ ਅਸੀਂ ਬੋਲ ਦਿਆਂਗੇ ਫੋਨੈਟਿਕ ਮੈਥਡ। ਨੈਕਸਟ ਹੈ ਸੈਂਟੈਂਸ ਮੈਥਡ। ਇੱਥੇ ਆ ਕੇ ਬੱਚਾ ਕੀ ਹੈਗਾ, ਆਪਣੇ ਆਪ ਸੈਂਟੈਂਸ ਵਾਕ ਬਣਾਉਣੇ ਸਿੱਖ ਜਾਂਦਾ ਹੈਗਾ, ਹੈ ਨਾ। ਮਤਲਬ ਆਪਣੇ ਆਪ ਨਹੀਂ, ਮਤਲਬ ਇਸ ਸਟੇਜ ਤੇ ਆਉਂਦੇ ਆਉਂਦੇ ਹੌਲੀ ਹੌਲੀ ਬੱਚਾ ਕੀ ਹੈਗਾ, ਪਹਿਲਾਂ ਉਹਨੇ ਇਕੱਲਾ ਇਕੱਲਾ ਲੈਟਰ ਸਿੱਖਿਆ, ਫਿਰ ਉਹਨੇ ਐਪਲ ਬਾਲ ਇਸ ਤਰ੍ਹਾਂ ਸਿੱਖੇ, ਫਿਰ ਉਹਨੇ ਇੱਕੋ ਸਾਊਂਡ ਵਾਲੇ ਦੇਖ ਲਏ ਵੀ ਕਿਹੜੇ ਕਿਹੜੇ ਇੱਕੋ ਜਿਹੀ ਸਾਊਂਡ ਵਾਲੇ ਜਿਹੜੇ ਵਰਡਸ ਨੇਗੇ ਉਹ ਸਿੱਖੇ। ਉਸ ਤੋਂ ਬਾਅਦ ਕੀ ਹੈ, ਬੱਚਾ ਸੈਂਟੈਂਸ ਬਣਾਉਣੇ ਸਿੱਖ ਜਾਂਦਾ। ਫਿਰ ਸਟੋਰੀ ਮੈਥਡ ਦੇ ਥਰੂ ਉਹਨੂੰ ਸਟੋਰੀ ਦੇ ਥਰੂ ਪੜ੍ਹਾਇਆ ਜਾਂਦਾ ਗਾ, ਤਾਂ ਇਹਦੇ ਵਿੱਚ ਸਟੋਰੀ ਤੱਕ ਵੀ ਮਤਲਬ ਬੱਚਾ ਜਿਹੜਾ ਹੈਗਾ ਸਿੱਖ ਜਾਂਦਾ, ਜਾਂ ਸਟੋਰੀ ਪੜ੍ਹਾ ਕੇ ਸਿਖਾਇਆ ਜਾਂਦਾ ਗਾ ਬੱਚੇ ਨੂੰ। ਉਸ ਤੋਂ ਬਾਅਦ ਹੈਗਾ ਪੋਇਮ ਰਿਸਾਈਟੇਸ਼ਨ ਮੈਥਡ। ਬੱਚਿਆਂ ਨੂੰ ਪੋਇਮ ਜਿਹੜੀ ਹੈਗੀ ਉਹ ਰਿਸਾਈਟ ਕਰਵਾਈ ਜਾਂਦੀ ਹੈ, ਹੈ ਨਾ। ਛੋਟੇ ਕਲਾਸਿਸ ਦੇ ਵਿੱਚ ਦੇਖਦੇ ਹੀ ਹੈਗੇ ਆਪਾਂ, ਬੱਚੇ ਪੋਇਮ 4-4 5-5 ਲਾਈਨਸ ਦੀਆਂ ਪੋਇਮ ਹੁੰਦੀਆਂ ਨੇਗੀਆਂ, ਉਹਨੂੰ ਵਧੀਆ ਤਰੀਕੇ ਨਾਲ ਪੜ੍ਹ ਪਾਉਂਦੇ ਨੇ। ਤਾਂ ਇਹ ਕੀ ਹੈਗਾ, ਵਾਰ-ਵਾਰ ਉਹਨੂੰ ਰਿਸਾਈਟ ਕਰਵਾ ਕਰਵਾ ਕੇ ਕੀ ਬੱਚੇ ਨੂੰ ਰੀਡਿੰਗ ਸਿਖਾਈ ਜਾਂਦੀ ਆ। ਨੈਕਸਟ ਹੈ ਸਾਡੇ ਕੋਲ ਟਾਈਪਸ ਆਫ ਰੀਡਿੰਗ ਸਕਿੱਲ। ਹੁਣ ਟਾਈਪਸ ਕੀ ਕੀ ਨੇ ਰੀਡਿੰਗ ਸਕਿੱਲ ਦੀਆਂ, ਓਕੇ। ਟਾਈਪਸ ਨੇ ਜੀ, ਪਹਿਲੀ ਆ ਲਾਊਡ ਰੀਡਿੰਗ, ਉੱਚੀ ਉੱਚੀ ਪੜ੍ਹਨਾ, ਹੈ ਨਾ। ਸਟੂਡੈਂਟਸ ਰੀਡ ਅ ਪੈਸੇਜ ਅਲਾਊਡ। ਬੱਚੇ ਕੀ ਕਹਿੰਦੇ ਨੇ, ਬੱਚੇ ਨੇ ਜਿਹੜੇ ਉਹ ਪੈਸੇਜ ਨੂੰ ਉੱਚੀ ਉੱਚੀ ਪੜ੍ਹਦੇ ਨੇਗੇ। ਹੈਲਪਫੁਲ ਇਨ ਕਰੈਕਟ ਪ੍ਰੋਨਾਂਸੀਏਸ਼ਨ, ਸਟ੍ਰੈਸ, ਪੌਜ਼, ਸਪੀਡ ਐਂਡ ਇੰਟੋਨੇਸ਼ਨ। ਇਹ ਕੀ ਚੀਜ਼ ਹੈ, ਇੰਟੋਨੇਸ਼ਨ, ਓਕੇ। ਕਹਿੰਦੇ ਬੱਚੇ ਜਦੋਂ ਵੀ ਲਾਊਡ ਰੀਡਿੰਗ ਮਤਲਬ ਉੱਚੀ ਉੱਚੀ ਬੋਲ ਕੇ ਪੜ੍ਹਨਾ, ਤਾਂ ਬੱਚੇ ਨੇਗੇ ਕੋਈ ਵੀ ਪੈਸੇਜ ਨੂੰ, ਕੋਈ ਪੈਰਾਗ੍ਰਾਫ ਕੁਝ ਵੀ ਹੈਗਾ, ਉਹਨੂੰ ਉੱਚੀ ਉੱਚੀ ਬੋਲ ਕੇ ਪੜ੍ਹ ਰਹੇ ਨੇ। ਤਾਂ ਇਸ ਚੀਜ਼ ਨਾਲ ਬੱਚਿਆਂ ਦੀ ਕੀ ਹੈਲਪ ਹੁੰਦੀ ਆ, ਉਹਨਾਂ ਦੀ ਪ੍ਰੋਨਾਂਸੀਏਸ਼ਨ ਵੀ ਵਧੀਆ ਹੁੰਦੀ ਹੈ, ਸਹੀ ਹੁੰਦੀ ਹੈ। ਕਿਸ ਚੀਜ਼ ਤੇ ਸਟ੍ਰੈਸ ਦੇਣਾ ਗਾ, ਕਿਹੜੇ ਸ਼ਬਦ ਤੇ ਸਟ੍ਰੈਸ ਦੇ ਕੇ ਬੋਲਣਾ ਗਾ, ਤਾਂ ਕਿੱਥੇ ਪੌਜ਼ ਦੇਣਾ ਗਾ, ਕਿੱਥੇ ਨਹੀਂ ਦੇਣਾ ਹੈਗਾ, ਕਿੰਨੀ ਸਪੀਡ ਤੇ ਬੋਲਣਾ ਗਾ ਅਸੀਂ ਨੇ, ਇੰਟੋਨੇਸ਼ਨ ਉਤਾਰ ਚੜਾਵ ਕੀ ਹੋਣੇ ਚਾਹੀਦੇ ਨੇ ਸਾਡੇ ਬੋਲਣ ਦੇ ਲਹਿਜ਼ੇ ਦੇ ਵਿੱਚ, ਹੈ ਨਾ। ਤਾਂ ਇਹ ਚੀਜ਼ਾਂ ਦੇ ਵਿੱਚ ਬੱਚੇ ਨੂੰ ਹੈਲਪ ਮਿਲਦੀ ਹੈਗੀ ਸਿੱਖਣ ਦੇ ਵਿੱਚ ਰੀਡਿੰਗ ਦੇ ਨਾਲ, ਓਕੇ। ਪੌਜ਼ ਦਾ ਵੀ ਧਿਆਨ ਰੱਖਣਾ ਪੈਂਦਾ ਗਾ, ਕਈ ਵਾਰ ਗਲਤ ਜਗ੍ਹਾ ਤੇ ਪੌਜ਼ ਦਿੱਤਾ ਗਿਆ ਤਾਂ ਮੀਨਿੰਗ ਹੀ ਚੇਂਜ ਹੋ ਜਾਂਦਾ ਪੂਰੇ ਦੇ ਪੂਰੇ ਸੈਂਟੈਂਸ ਦਾ। ਕਿਸ ਜਗ੍ਹਾ ਪੌਜ਼ ਸਹੀ ਦਿੱਤਾ ਜਾਵੇ, ਕਿਵੇਂ, ਹੈ ਨਾ, ਉਸ ਚੀਜ਼ ਦਾ ਧਿਆਨ ਦਿੱਤਾ ਜਾਂਦਾ। ਤਾਂ ਇਹ ਲਾਊਡ ਰੀਡਿੰਗ ਹੁੰਦਾ ਪਹਿਲਾ, ਓਕੇ। ਨੈਕਸਟ ਹੈ ਸਾਡਾ ਸੈਕਿੰਡ ਸਾਇਲੈਂਟ ਰੀਡਿੰਗ। ਸਾਇਲੈਂਟ ਰੀਡਿੰਗ ਜਿਵੇਂ ਹੁੰਦਾ ਚੁੱਪ ਚਪੀਤੇ ਪੜ੍ਹਨਾ, ਹੌਲੀ ਹੌਲੀ, ਹੈ ਨਾ, ਆਪਣੇ ਮਤਲਬ ਮਨ ਦੇ ਵਿੱਚ ਪੜ੍ਹਿਆ ਜਾਂਦਾ। ਜਿਹੜਾ ਮੇਨ ਸਕਿੱਲ ਆਫ ਟੀਚਿੰਗ ਰੀਡਿੰਗ ਕੰਪਰੀਹੈਂਸ਼ਨ ਐਟ ਦਾ ਸੈਕੰਡਰੀ ਲੈਵਲ। ਸੈਕੰਡਰੀ ਸਟੇਜ ਤੇ ਜਾ ਕੇ ਕਹਿੰਦੇ ਇਹ ਮੇਨ ਸਕਿੱਲ ਆ ਜਾਂਦੀ ਹੈ। ਛੋਟੀਆਂ ਕਲਾਸਿਸ ਦੇ ਵਿੱਚ ਹੁੰਦਾ ਗਾ ਕਿ ਲਾਊਡ ਰੀਡਿੰਗ ਕਰਵਾਈ ਜਾਂਦੀ ਹੈ, ਬਟ ਵੱਡੀਆਂ ਕਲਾਸਿਸ ਦੇ ਵਿੱਚ ਆਉਂਦੇ ਆਉਂਦੇ ਕੀ ਹੈਗਾ, ਸਾਇਲੈਂਟ ਰੀਡਿੰਗ ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ, ਹੈ ਨਾ। ਇਹੀ ਉਹ ਬੈਸਟ ਮੈਥਡ ਮੰਨਿਆ ਜਾਂਦਾ। ਇਨ ਇਟ ਸਟੂਡੈਂਟਸ ਆਰ ਨਾਟ ਅਲਾਊਡ ਟੂ ਮੂਵ ਦੇਅਰ ਲਿਪਸ, ਹੈਡਸ ਐਂਡ ਫਿੰਗਰਸ। ਬੱਚੇ ਹੁੰਦੇ ਨੇ ਜਿਹੜੇ ਜਦੋਂ ਸਾਇਲੈਂਟ ਰੀਡਿੰਗ ਕਰ ਰਹੇ ਨੇਗੇ, ਤਾਂ ਇਸ ਦੇ ਵਿੱਚ ਕੀ ਹੈ, ਬੱਚੇ ਆਪਣੇ ਲਿਪਸ ਜਾਂ ਹੈਡਸ ਜਾਂ ਆਪਣੇ ਫਿੰਗਰਸ ਨੂੰ ਹਿਲਾਉਣ ਦੇ, ਉਹਨਾਂ ਨੂੰ ਮੂਵ ਕਰਨ ਦੇ ਕੀ ਹੈਗਾ, ਅਲਾਓ ਉਹਨਾਂ ਨੂੰ ਨਹੀਂ ਕੀਤਾ ਜਾਂਦਾ, ਓਕੇ। ਚੁੱਪਚਾਪ ਬੈਠ ਕੇ ਪੜ੍ਹਨਾ ਹੁੰਦਾ, ਕਹਿਣ ਦਾ ਭਾਵ ਹੈ, ਓਕੇ। ਨੈਕਸਟ ਹੈ ਸਾਡਾ ਇੰਟੈਂਸਿਵ ਰੀਡਿੰਗ, ਥਰਡ ਆ ਗਿਆ ਇੰਟੈਂਸਿਵ ਰੀਡਿੰਗ। ਇੰਟੈਂਸਿਵ ਰੀਡਿੰਗ ਦੇ ਵਿੱਚ ਕੀ ਹੁੰਦਾ ਗਾ, ਪੂਰਾ ਇੰਟੈਂਸ ਹੋ ਕੇ ਪੜ੍ਹ ਰਹੇ ਹੈਗੇ ਅਸੀਂ, ਉਹਦਾ ਮਤਲਬ ਮੀਨਿੰਗ ਕੱਢਣਾ ਗਾ ਪੂਰਾ, ਹੈ ਨਾ। ਤਾਂ ਉਹਦੇ ਵਿੱਚ ਕੀ ਹੈਗਾ, ਅਸੀਂ ਨੇ ਧਿਆਨ ਨਾਲ, ਪੂਰੀ ਧਿਆਨ ਨਾਲ ਪੜ੍ਹਿਆ ਜਾ ਰਿਹਾ ਹੈਗਾ, ਜਿਹੜਾ ਇਹਨੂੰ ਸਕੈਨਿੰਗ ਕਹਿ ਦਿੰਦੇ। ਸਕੈਨਿੰਗ ਦਾ ਮਤਲਬ ਵੀ ਇਹ ਹੁੰਦਾ ਨਾ, ਪੂਰੀ ਡਿਟੇਲ ਨਾਲ ਪੜ੍ਹਿਆ ਜਾਂਦਾ, ਜਿਹੜੀ ਡਿਟੇਲ ਸਟੱਡੀ ਕੀਤੀ ਜਾਂਦੀ ਇਹਦੇ ਵਿੱਚ। ਇਹ ਫਾਰਮਲ ਰੀਡਿੰਗ ਹੁੰਦੀ ਹੈ ਇੱਕ ਤਰ੍ਹਾਂ ਨਾਲ, ਓਕੇ।
ਇਹ ਫਾਰਮਲ ਹੁੰਦੀ ਹੈ ਕਿਉਂਕਿ ਅਸੀਂ ਫਾਰਮਲ ਵੇ ਦੇ ਵਿੱਚ ਬਹਿ ਕੇ ਮਤਲਬ ਕਿ ਇੰਟੈਂਸ ਹੋ ਕੇ ਪੂਰਾ ਇੱਕ ਤਰ੍ਹਾਂ ਨਾਲ ਅਸੀਂ ਐਗਜ਼ਾਮਸ ਨੂੰ ਮੁੱਖ ਰੱਖ ਕੇ ਜਿਹੜਾ ਹੈਗਾ ਪੜ੍ਹਿਆ ਜਾਂਦਾ ਗਾ। ਤਾਂ ਅੱਗੇ ਸਲੋ ਰੀਡਿੰਗ ਨੈਚੁਰਲੀ ਗੱਲ ਹੈ ਜਿਹੜੀ ਅਸੀਂ ਮਤਲਬ ਉਹਦੇ ਵਿੱਚੋਂ ਕੁਛ ਨਾ ਕੁਛ ਮੀਨਿੰਗ ਸਿੱਖਣਾ ਗਾ, ਅਸੀਂ ਦੇਖਣਾ ਗਾ ਵੀ ਇਹ ਗੱਲ ਕੀ ਕਹੀ ਜਾ ਰਹੀ ਹੈ ਇਹਦੇ ਵਿੱਚ, ਤਾਂ ਉਹ ਹੌਲੀ ਹੌਲੀ ਪੜ੍ਹਾਂਗੇ ਤਾਂ ਹੀ ਉਹ ਬੈਟਰ ਤਰੀਕੇ ਨਾਲ ਸਿੱਖ ਸਕਾਂਗੇ, ਤਾਂ ਇਹ ਸਲੋ ਰੀਡਿੰਗ ਹੁੰਦੀ ਆ। ਅੱਗੇ ਆਈ ਸਾਡਾ ਐਕਸਟੈਂਸਿਵ ਰੀਡਿੰਗ। ਫੋਰਥ ਐਕਸਟੈਂਸਿਵ ਰੀਡਿੰਗ। ਹੁਣ ਜਿਸ ਤਰ੍ਹਾਂ ਨਾਲ ਅਸੀਂ ਇੰਟੈਂਸਿਵ ਦੇਖਿਆ ਸੀ ਧਿਆਨ ਨਾਲ ਪੜ੍ਹ ਰਹੇ ਐਗਜ਼ਾਮਸ ਨੂੰ ਮੁੱਖ ਰੱਖ ਕੇ ਇੱਕ ਤਰ੍ਹਾਂ ਨਾਲ ਉਹਦੇ ਵਿੱਚੋਂ ਦੇਖਣਾ ਗਾ ਵੀ ਕੀ ਕਰੀਕੁਲਮ ਹੈਗਾ, ਕਰੀਕੁਲਮ ਨੂੰ ਪੂਰੇ ਧਿਆਨ ਨਾਲ ਪੜ੍ਹਨਾ। ਤਾਂ ਐਕਸਟੈਂਸਿਵ ਕੀ ਹੁੰਦੀ ਹੈਗੀ, ਅਸੀਂ ਉਹਨੂੰ ਆਪਣੇ ਪਲੈਜ਼ਰ ਦੇ ਲਈ, ਆਪਣੀ ਖੁਸ਼ੀ ਦੇ ਲਈ ਪੜ੍ਹਦੇ ਹਾਂ। ਜਿਸ ਤਰ੍ਹਾਂ ਕੋਈ ਨਾਵਲ ਪੜ੍ਹਨਾ, ਕਹਾਣੀ ਪੜ੍ਹਨੀ ਆ, ਤਾਂ ਉਹ ਕੀ ਚੀਜ਼ ਆ, ਅਸੀਂ ਇਹ ਤਾਂ ਨਹੀਂ ਹੈਗਾ ਗਾ ਮਤਲਬ ਐਕਸਟਰਾ ਪੜ੍ਹ ਰਹੇ ਹਾਂਗੇ ਜਿਹੜਾ ਲਾਇਬ੍ਰੇਰੀ ਦੇ ਵਿੱਚ ਜਾ ਕੇ ਜਾਂ ਕਿਤੇ ਵੀ ਆ, ਤਾਂ ਉਹਨੂੰ ਅਸੀਂ ਆਪਣੀ ਖੁਸ਼ੀ ਦੇ ਲਈ ਪੜ੍ਹ ਰਹੇ ਹਾਂਗੇ, ਨਾ ਕਿ ਆਪਾਂ ਪੇਪਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੈ ਨਾ ਵੀ ਅਸੀਂ ਐਗਜ਼ਾਮਸ ਦੇ ਵਿੱਚੋਂ ਵਧੀਆ ਨੰਬਰ ਲੈਣੇ ਨੇ। ਰਿਲੇਟਡ ਟੂ ਸਕੀਮਿੰਗ, ਜਿਸ ਤਰ੍ਹਾਂ ਨਾਲ ਉਹ ਕੀ ਸੀ ਆਪਣੀ ਇੰਟੈਂਸਿਵ ਰੀਡਿੰਗ ਸਕੈਨਿੰਗ ਦੇ ਨਾਲ ਸੰਬੰਧਿਤ ਸੀ, ਮੀਨਿੰਗ ਕੱਢਣਾ ਸੀ, ਉਹਦੇ ਵਿੱਚ ਡਿਟੇਲ ਸਟੱਡੀ ਹੁੰਦੀ ਸੀ। ਤਾਂ ਇਹ ਸਕੀਮਿੰਗ ਦੇ ਨਾਲ ਮਤਲਬ ਸੈਂਟਰਲ ਆਈਡੀਆ ਮੇਨ ਜਾਂ ਜਿਸਟ ਕੱਢਿਆ ਜਾਂਦਾ ਜਿਹਦੇ ਵਿੱਚੋਂ, ਓਕੇ। ਤਾਂ ਉਹ ਚੀਜ਼ ਆ ਜਾਂਦੀ ਹੈ। ਅੱਗੇ ਹੈਗਾ ਆਪਾਂ ਦੇਖ ਲਿਆ ਪਲੈਜ਼ਰ ਰੀਡਿੰਗ ਹੁੰਦੀ ਹੈ। ਨਾਨ ਡਿਟੇਲ ਸਟੱਡੀ, ਜਿਸ ਤਰ੍ਹਾਂ ਉਹ ਦੇਖਿਆ ਸੀ ਅਸੀਂ ਡਿਟੇਲਡ ਸਟੱਡੀ ਹੁੰਦੀ ਹੈ, ਤਾਂ ਇਹ ਨਾਨ ਡਿਟੇਲਡ ਸਟੱਡੀ ਹੁੰਦੀ ਹੈ। ਫਾਸਟ ਰੀਡਿੰਗ ਐਕਸਟੈਂਸਿਵ ਹੈ, ਇਹ ਨਹੀਂ ਹੈਗਾ ਕਿ ਅਸੀਂ ਮੀਨਿੰਗ ਦੇਖਣਾਗਾ ਤਾਂ ਮਤਲਬ ਦਿਮਾਗ ਦੇ ਵਿੱਚ ਬਿਠਾਉਣਾ, ਇੱਕ ਤਰ੍ਹਾਂ ਨਾਲ ਮੈਮੋਰਾਈਜ਼ ਕਰਨਾਗਾ। ਤਾਂ ਇਹ ਹੁੰਦਾਗਾ ਕੀ ਹੈਗਾ, ਅਸੀਂ ਆਪਣੀ ਖੁਸ਼ੀ ਲਈ ਜਦੋਂ ਪੜ੍ਹ ਰਹੇ ਹਾਂਗੇ ਤਾਂ ਇਹ ਫਾਸਟ ਰੀਡਿੰਗ ਹੋਊਗੀ, ਨੈਚੁਰਲੀ ਗੱਲ। ਐਂਡ ਪੈਸਿਵ ਵੋਕੈਬਲਰੀ, ਇਹਦੀ ਜਿਹੜੀ ਅਸੀਂ ਹੁਣ ਇਹ ਤਾਂ ਹੈ ਨਹੀਂਗਾ ਕਿ ਜਦੋਂ ਅਸੀਂ ਐਕਸਟੈਂਸਿਵ ਰੀਡਿੰਗ ਦੇ ਵਿੱਚ ਵੀ ਨਾਵਲ ਪੜ੍ਹ ਰਹੇ ਹਾਂ ਤਾਂ ਵਕੈਬ ਤਾਂ ਸਾਨੂੰ ਉਹਦੇ ਵਿੱਚ ਮਿਲੂਗੀ। ਤਾਂ ਇਹ ਨਹੀਂ ਹੈਗਾ ਕਿ ਅਸੀਂ ਵਕੈਬ ਨਹੀਂ ਸਿੱਖ ਰਹੇ, ਸਿੱਖ ਜ਼ਰੂਰ ਰਹੇ ਹਾਂ, ਬਟ ਉਹ ਪੈਸਿਵ ਹੁੰਦੀ ਆ ਕਿਉਂਕਿ ਉਹ ਵਕੈਬ ਜਿਹੜੀ ਅਸੀਂ ਸਿੱਖ ਰਹੇ ਹਾਂਗੇ ਉਹ ਸ਼ਬਦ ਹੁੰਦੇ ਨੇ ਜਿਹੜੇ ਅਸੀਂ ਡੇਲੀ ਯੂਜ਼ ਘੱਟ ਕਰਦੇ ਹਾਂ, ਡੇਲੀ ਲਾਈਫ ਦੇ ਵਿੱਚ ਉਹਨਾਂ ਨੂੰ ਘੱਟ ਯੂਜ਼ ਕੀਤਾ ਜਾਂਦਾ, ਤਾਂ ਕਰਕੇ ਉਹਨੂੰ ਕਿਹਾ ਜਾਂਦਾ ਕਿ ਇਹ ਜਿਹੜੀ ਵਕੈਬ ਆ ਸਾਡੀ ਉਹ ਪੈਸਿਵ ਵਕੈਬਲਰੀ ਹੁੰਦੀ ਹੈ, ਓਕੇ। ਨੈਕਸਟ ਹੈ ਸਪਲੀਮੈਂਟਰੀ ਰੀਡਿੰਗ। ਸਪਲੀਮੈਂਟਰੀ ਰੀਡਿੰਗ ਜਿਸ ਤਰ੍ਹਾਂ ਨਾਲ ਹੈਲਪ ਬੁੱਕ ਹੁੰਦੀਆਂ ਨੇ, ਜਿਹੜੀਆਂ ਆਪਾਂ ਨੂੰ ਸਪਲੀਮੈਂਟਰੀ ਬੁੱਕਸ ਹੁੰਦੀਆਂ ਨੇ ਜਿਹੜੀਆਂ ਨਾ, ਇੱਕ ਕੋਰਸ ਬੁੱਕ ਹੁੰਦੀ ਹੈ ਤਾਂ ਉਹਦੇ ਨਾਲ ਸਪਲੀਮੈਂਟਰੀ ਹੁੰਦੀ ਹੈ, ਤਾਂ ਉਹ ਵਾਲੀ ਰੀਡਿੰਗ ਹੁੰਦੀ ਜਿਹੜੀ ਉਹਨੂੰ ਅਸੀਂ ਬੋਲ ਦਿਆਂਗੇ ਸਪਲੀਮੈਂਟਰੀ ਰੀਡਿੰਗ, ਅਲੱਗ ਤੌਰ 'ਤੇ ਜਿਹੜੀ ਪੜ੍ਹੀ ਜਾਂਦੀ ਹੈਗੀ। ਅੱਗੇ ਲਾਇਬ੍ਰੇਰੀ ਰੀਡਿੰਗ। ਲਾਇਬ੍ਰੇਰੀ ਰੀਡਿੰਗ ਦੇ ਵਿੱਚ ਆ ਜਾਂਦਾ ਜਿਹੜਾ ਅਸੀਂ ਲਾਇਬ੍ਰੇਰੀ ਦੇ ਵਿੱਚ ਬੈਠ ਕੇ ਪੜ੍ਹਦੇ ਹਾਂ, ਹੈ ਨਾ। ਇਹਨੂੰ ਅਸੀਂ ਪ੍ਰਾਈਵੇਟ ਰੀਡਿੰਗ ਵੀ ਕਹਿ ਦਿੰਦੇ ਹੈਗੇ ਕਿਉਂਕਿ ਆਪਣੇ ਆਪ ਅਸੀਂ ਨਿੱਜੀ ਤੌਰ 'ਤੇ ਆਪਣਾ ਪੜ੍ਹ ਰਹੇ ਹਾਂ, ਕੁਛ ਵੀ ਪੜ੍ਹ ਰਹੇ ਹੋਈਏ, ਤਾਂ ਇਹਨੂੰ ਅਨਸੁਪਰਵਾਈਜ਼ਡ ਰੀਡਿੰਗ ਹੁੰਦੀ ਹੈ। ਇਹਦਾ ਮੇਨ ਇੰਪੋਰਟੈਂਟ ਹੈ ਇਹ ਗੱਲ ਕਿ ਕਈ ਵਾਰ ਆ ਜਾਏ ਕਿ ਅਨਸੁਪਰਵਾਈਜ਼ਡ ਰੀਡਿੰਗ ਕਿਹੜੀ ਹੁੰਦੀ ਹੈ, ਤਾਂ ਉਹ ਲਾਇਬ੍ਰੇਰੀ ਰੀਡਿੰਗ ਹੁੰਦੀ ਆ ਕਿਉਂਕਿ ਕਲਾਸਰੂਮ ਦੇ ਵਿੱਚ ਬੈਠੇ ਅਸੀਂ ਪੜ੍ਹ ਰਹੇ ਹਾਂਗੇ ਤਾਂ ਸਾਨੂੰ ਕੋਈ ਸੁਪਰਵਾਈਜ਼ ਕਰ ਰਿਹਾ ਹੈਗਾ, ਬਟ ਜਦੋਂ ਅਸੀਂ ਲਾਇਬ੍ਰੇਰੀ ਦੇ ਵਿੱਚ ਬੈਠੇ ਅਸੀਂ ਆਪਣੇ ਆਪ ਆਪਣੇ ਖੁਸ਼ੀ ਦੇ ਲਈ ਪੜ੍ਹ ਰਹੇ ਹਾਂ ਜਾਂ ਕੋਈ ਵੀ ਆਪਣਾ ਟੌਪਿਕ ਕਲੀਅਰ ਕਰ ਰਹੇ ਹਾਂ, ਬਟ ਸਾਨੂੰ ਇਹਦੇ ਵਿੱਚ ਕੀ ਹੁੰਦਾ ਹੈਗਾ ਕਿ ਕੋਈ ਸੁਪਰਵਾਈਜ਼ ਨਹੀਂ ਕਰ ਰਿਹਾ ਹੁੰਦਾ, ਕੋਈ ਇਹ ਨਹੀਂ ਹੈਗਾ ਕਿ ਟੀਚਰ ਸਾਨੂੰ ਖੜੇ ਵੇਖ ਰਹੇ ਨੇ, ਤਾਂ ਕਰਕੇ ਇਹ ਅਨਸੁਪਰਵਾਈਜ਼ਡ ਹੁੰਦੀ ਹੈ, ਵਲੰਟਰੀ ਹੁੰਦੀ ਹੈ, ਆਪਣੀ ਇੱਛਾ ਨਾਲ ਪੜ੍ਹਦੇ ਹਾਂ। ਮਨ ਕਰਿਆ ਪੜ੍ਹ ਰਹੇ ਹਾਂਗੇ, ਨਹੀਂ ਮਨ ਕੀਤਾ ਨਹੀਂ ਪੜ੍ਹ ਰਹੇ, ਤਾਂ ਆਪਣੀ ਇੱਛਾ ਨਾਲ ਕੁਝ ਵੀ ਪੜ੍ਹ ਰਹੇ ਹਾਂਗੇ, ਉਹ ਹੁੰਦਾ ਗਾ ਵਲੰਟਰੀ ਰੀਡਿੰਗ। ਤਾਂ ਇਹ ਸਾਰਾ ਲਾਇਬ੍ਰੇਰੀ ਰੀਡਿੰਗ ਦੇ ਵਿੱਚ ਆ ਜਾਂਦਾ ਹੈ। ਨੈਕਸਟ ਹੈ ਸਬ ਸਕਿੱਲ ਆਫ ਰੀਡਿੰਗ। ਹਾਂਜੀ, ਰੀਡਿੰਗ ਦੀਆਂ ਸਬ ਸਕਿੱਲਸ ਨੇਗੀਆਂ ਅੱਗੇ ਕਿਹੜੀਆਂ ਨੇ, ਦੇਖੋ। ਪਹਿਲੀ ਆ ਪ੍ਰੀਵਿਊਇੰਗ। ਪ੍ਰੀਵਿਊਇੰਗ ਦੇ ਵਿੱਚ ਕੀ ਹੁੰਦਾ ਗਾ, ਟੌਪਿਕ ਸਟਾਰਟ ਕਰਨ ਤੋਂ ਪਹਿਲਾਂ ਜੋ ਅਸੀਂ ਬੱਚੇ ਨੂੰ ਰੀਡ ਕਰਵਾਉਣਾ ਗਾ, ਤਾਂ ਉਹ ਵਾਲਾ ਚੈਪਟਰ ਹੈ ਜੋ ਟੌਪਿਕ ਹੈਗਾ ਉਹਨੂੰ ਸਟਾਰਟ ਕਰਨ ਤੋਂ ਪਹਿਲਾਂ ਹੀ ਮੇਨ ਦੱਸ ਦੇਣਾ ਕਿ ਇਹਦੇ ਵਿੱਚ ਕੀ ਆਵੇਗਾ, ਹੈ ਨਾ। ਪਹਿਲਾਂ ਪ੍ਰੀਵਿਊ, ਪਹਿਲਾਂ ਹੀ ਵਿਊ ਕਰ ਲੈਣਾ, ਉਹਨੂੰ ਦੇਖ ਲੈਣਾ, ਠੀਕ ਹੈ ਵੀ ਉਹਦੇ ਵਿੱਚ ਕੀ ਆਊਗਾ, ਉਹ ਚੀਜ਼ ਆ ਜਾਂਦੀ ਪ੍ਰੀਵਿਊ। ਪ੍ਰੈਡਿਕਟਿੰਗ ਦੇ ਵਿੱਚ ਕੀ ਹੁੰਦਾ, ਡਿਊਰਿੰਗ ਲੈਸਨ, ਜਦੋਂ ਸਾਡਾ ਲੈਸਨ ਚੱਲ ਰਿਹਾ ਹੈਗਾ, ਲੈਕਚਰ ਚੱਲ ਰਿਹਾ ਹੈਗਾ, ਅਸੀਂ ਪੜ੍ਹ ਰਹੇ ਹਾਂ, ਤਾਂ ਪੜ੍ਹਦੇ ਡਿਊਰਿੰਗ ਲੈਕਚਰ ਉਹਦੇ ਵਿੱਚ ਅਸੀਂ ਪ੍ਰੈਡਿਕਟ ਕਰਨਾਗਾ, ਮਤਲਬ ਕਿ ਇੱਕ ਤਰ੍ਹਾਂ ਨਾਲ ਕੀ ਹੈਗਾ ਇਮੈਜੀਨੇਸ਼ਨ ਹੈ ਨਾ ਵੀ ਅੱਗੇ ਕੀ ਹੋਊਗਾ, ਕਿਹੜਾ ਕਰੈਕਟਰ ਕਿਵੇਂ ਦਾ ਹੋਊਗਾ। ਜਿਸ ਤਰ੍ਹਾਂ ਮੰਨ ਕੇ ਚੱਲਦੇ ਹਾਂ ਅਸੀਂ ਕੋਈ ਸਟੋਰੀ ਪੜ੍ਹ ਰਹੇ ਹਾਂ ਤਾਂ ਉਹਦੇ ਵਿੱਚ ਆਹ ਕਰੈਕਟਰ ਅੱਗੇ ਇਹ ਕਰੈਕਟਰ ਕੀ ਕਰੇਗਾ, ਤਾਂ ਉਸ ਚੀਜ਼ ਨੂੰ ਕੀ ਅਸੀਂ ਪ੍ਰੈਡਿਕਟ ਕਰ ਰਹੇ ਹਾਂਗੇ, ਉਹਨੂੰ ਅਸੀਂ ਬੋਲਦੇ ਹਾਂ ਪ੍ਰੈਡਿਕਟਿੰਗ। ਨੈਕਸਟ ਹੈ ਸਕੈਨਿੰਗ। ਜਿਸ ਤਰ੍ਹਾਂ ਅਸੀਂ ਪਹਿਲਾਂ ਗੱਲ ਕਰਕੇ ਆਏਂਗੇ ਕਿ ਸਕੈਨਿੰਗ ਜੋ ਹੁੰਦੀ, ਜਿਸ ਤਰ੍ਹਾਂ ਨਾਲ ਅਸੀਂ ਕੋਈ ਪੂਰੀ ਪ੍ਰੋਪਰ ਰੀਡਿੰਗ ਕਰਦੇ ਹਾਂ ਨਾ, ਕਿਸੇ ਪ੍ਰੋਪਰ ਪਰਪਸ ਦੇ ਲਈ ਹੁੰਦੀ ਆ। ਜਿਹੜੀ ਸਕੈਨਿੰਗ ਹੈਗੀ ਸਾਡੀ, ਇਹ ਅਸੀਂ ਪ੍ਰੋਪਰ ਪਰਪਸ ਦੇ ਲਈ ਪੜ੍ਹਿਆ ਜਾਂਦਾ ਗਾ ਜਿਹੜਾ, ਓਕੇ, ਪੂਰੀ ਡਿਟੇਲ ਦੇ ਨਾਲ, ਇਹ ਡਿਟੇਲ ਸਟੱਡੀ ਹੁੰਦੀ ਆ। ਕਿਸੇ ਏਮ ਨੂੰ ਮੁੱਖ ਰੱਖ ਕੇ ਅਸੀਂ ਜਿਹੜਾ ਪੜ੍ਹ ਰਹੇ ਹਾਂ ਉਹਨੂੰ ਅਸੀਂ ਸਕੈਨਿੰਗ ਕਹਿੰਦੇ, ਮੀਨਿੰਗ ਕੱਢਣਾ ਉਹਦੇ ਵਿੱਚੋਂ, ਹੈ ਨਾ, ਡਿਟੇਲ ਦੇ ਨਾਲ। ਤਾਂ ਅੱਗੇ ਸਕਿਮਿੰਗ ਕੀ ਆ ਜਾਂਦਾ ਜੀ, ਸਕਿਮਿੰਗ ਜਿਸ ਤਰ੍ਹਾਂ ਨਾਲ ਅਸੀਂ ਸੈਂਟਰਲ ਆਈਡੀਆ ਕੱਢਣਾ ਗਾ, ਹੈ ਨਾ, ਚੀਜ਼ ਦਾ, ਤਾਂ ਮੇਨ ਜਿਸਟ ਕੱਢਣਾ ਗਾ, ਹੈ ਨਾ, ਤਾਂ ਉਸ ਚੀਜ਼ ਨੂੰ ਅਸੀਂ ਕੀ ਕਹਿ ਦਿੰਦੇ ਹੈਗੇ, ਸਕਿਮਿੰਗ ਹੁੰਦੀ ਆ। ਇਹਦੇ ਵਿੱਚ ਤਾਂ ਹੁਣ ਜਦੋਂ ਅਸੀਂ ਕੋਈ ਕਹਾਣੀ ਪੜ੍ਹ ਰਹੇ ਹਾਂ, ਸਟੋਰੀ ਪੜ੍ਹੀਏ, ਤਾਂ ਪੂਰੀ ਦੀ ਪੂਰੀ ਸਟੋਰੀ ਪੜ੍ਹੀ ਜਾਊਗੀ, ਡਿਟੇਲ ਦੇ ਨਾਲ ਪੜ੍ਹਾਂਗੇ ਅਸੀਂ। ਬਟ ਸਕਿਮਿੰਗ ਦੇ ਵਿੱਚ ਕੀ ਹੈਗਾ, ਅਸੀਂ ਉਹਦਾ ਸਾਰਾ ਇੱਕ ਵਾਰ ਪੜ੍ਹ ਕੇ ਉਹਨੂੰ, ਬਟ ਮੇਨ ਫੋਕਸ ਕਿਤੇ ਹੁੰਦਾ ਸਾਡਾ ਸੈਂਟਰਲ ਆਈਡੀਆ 'ਤੇ ਹੁੰਦਾ। ਤਾਂ ਅਸੀਂ ਕਹਿ ਦਿੰਦੇ ਹਾਂ ਕਿ ਇਹ ਜਿਹੜੀ ਸਟੱਡੀ ਹੈ ਸਾਡੀ ਇਹ ਨਾਨ ਡਿਟੇਲ ਹੁੰਦੀ ਹੈਗੀ, ਇਹ ਡਿਟੇਲਡ ਨਹੀਂ ਹੁੰਦੀ ਗੀ ਸਟੱਡੀ। ਤਾਂ ਜਿਸ ਤਰ੍ਹਾਂ ਨਾਲ ਸਾਡੀ ਪੋਇਮਸ ਨੇਗੀਆਂ, ਪੋਇਮਸ ਅਸੀਂ ਪੂਰੀ ਤਾਂ ਇੱਕ ਵਾਰ ਪੜ੍ਹ ਰਹੇ ਹਾਂ, ਬਟ ਇਹ ਨਹੀਂ ਹੈ ਕਿ ਸਾਰੀ ਪੋਇਮਸ ਨੂੰ ਯਾਦ ਰੱਖਦੇ ਹਾਂ ਅਸੀਂ, ਉਹਦੇ ਵਿੱਚ ਮੇਨ ਚੀਜ਼ ਕੀ ਸੈਂਟਰਲ ਆਈਡੀਆ ਯਾਦ ਰੱਖਣਾ ਹੁੰਦਾ, ਤਾਂ ਇਹ ਸਕਿਮਿੰਗ ਆ ਜਾਂਦੀ ਆ।
ਨੈਕਸਟ ਆ ਸਾਡੀ ਲਾਸਟ ਸਕਿੱਲ ਆ ਗਈ ਸਾਡੀ ਜੀ ਰਾਈਟਿੰਗ ਸਕਿੱਲ। ਓਕੇ, ਰਾਈਟਿੰਗ ਦੇ ਵਿੱਚ ਹੁਣ ਜਿਸ ਤਰ੍ਹਾਂ ਅਸੀਂ ਪਹਿਲਾਂ ਕੀਤੀ ਹੈਗੀ ਲਿਸਨਿੰਗ, ਸਪੀਕਿੰਗ, ਰੀਡਿੰਗ, ਲਾਸਟ ਆ ਗਈ ਰਾਈਟਿੰਗ। ਓਕੇ, ਇਟ ਇਨੇਬਲਸ ਅ ਲਰਨਰ ਟੂ ਬ੍ਰੇਨਸਟੋਰਮਿੰਗ ਆਈਡੀਆਜ਼, ਆਰਗੇਨਾਈਜ਼ them, ਐਡਿਟ ਐਂਡ ਰਿਵਾਈਜ਼। ਇਹ ਕੀ ਹੁੰਦਾ ਗਾ, ਕਹਿੰਦੇ ਬੱਚਿਆਂ ਨੂੰ ਕਿਸ ਚੀਜ਼ ਦੇ ਇਨੇਬਲ ਬਣਾ ਦਿੰਦੀ ਆ, ਉਹਨਾਂ ਨੂੰ ਆਪਣੇ ਮਤਲਬ ਆਈਡੀਆਜ਼ ਨੂੰ ਹੈ ਨਾ ਐਕਸਪ੍ਰੈਸ ਕਰਨ ਦੇ ਵਿੱਚ। ਹੁਣ ਲਿਖ ਕੇ ਆਪਣੇ ਆਈਡੀਆਜ਼ ਨੂੰ ਐਕਸਪ੍ਰੈਸ ਕਰ ਰਿਹਾ, ਪਹਿਲਾਂ ਕੀ ਆਈਡੀਆਜ਼ ਨੂੰ ਕਲੈਕਟ ਕਰੂਗਾ, ਆਰਗੇਨਾਈਜ਼ ਕਰੂਗਾ, ਉਹਨਾਂ ਨੂੰ ਐਡਿਟ ਕਰੂਗਾ, ਰਿਵਾਈਜ਼ ਕਰੂਗਾ। ਤਾਂ ਇਹਦੇ ਨਾਲ ਕੀ ਹੁੰਦਾ ਗਾ, ਮਤਲਬ ਜਿਹੜੇ ਬ੍ਰੇਨ ਸਟੋਰਮਿੰਗ ਇਹ ਟਰਮ ਆ ਜਿਹੜੀ ਇਹ ਰਾਈਟਿੰਗ ਨਾਲ ਜੁੜੀ ਹੋਈ ਹੈ। ਓਕੇ, ਆਪਣੇ ਆਈਡੀਆਜ਼ ਨੂੰ ਕੀ ਕਰਦਾ ਬੱਚਾ, ਐਕਸਪ੍ਰੈਸ ਕਰਦਾ ਗਾ। ਨੈਕਸਟ ਹੈ ਕੰਟਰੋਲ ਓਵਰ ਹੈਂਡਸ ਐਂਡ ਰਿਸਟ ਮਸਲਸ। ਇਹਦੇ ਵਿੱਚ ਕੀ ਹੁੰਦਾ ਗਾ, ਸਾਡੇ ਹੱਥਾਂ ਦਾ ਤੇ ਜਿਹੜੇ ਸਾਡੇ ਗੁੱਟ ਹੁੰਦਾ ਗਾ, ਮਸਲਸ ਹੁੰਦੇ ਨੇਗੇ, ਇਹਨਾਂ ਦੇ ਵਿੱਚ ਕੰਟਰੋਲ। ਹੁਣ ਪਹਿਲਾਂ ਅਸੀਂ ਕੀ ਸੀਗਾ, ਲਿਸਨਿੰਗ ਕਰ ਰਹੇ ਸੀ ਜ਼ਿਆਦਾ, ਲਿਸਨਿੰਗ ਦੇ ਟਾਈਮ ਕੀ ਹੈ ਸਾਡੇ ਈਅਰ ਜਿਹੜੇ ਹੈਗੇ ਨੇ ਐਕਟਿਵ ਹੁੰਦੇ ਨੇ। ਓਕੇ, ਸਪੀਕਿੰਗ ਦੇ ਟਾਈਮ ਸਾਡੇ ਲਿਪਸ ਮਾਊਥ ਐਕਟਿਵ, ਰੀਡਿੰਗ ਦੇ ਟਾਈਮ ਕੀ ਹੈਗਾ ਸਾਡੀਆਂ ਆਈਜ਼ ਦਾ ਧਿਆਨ ਹੁੰਦਾ ਨਾ ਪੜ੍ਹਨ ਦੇ। ਤਾਂ ਰਾਈਟਿੰਗ ਦੇ ਟਾਈਮ ਕੀ ਹੈ, ਹੁਣ ਜਦੋਂ ਅਸੀਂ ਲਿਖਣਾ ਗਾ ਤਾਂ ਨੈਚੁਰਲੀ ਗੱਲ ਆ ਸਾਡੇ ਹੈਂਡਸ ਦਾ ਵੀ ਉਹਦੇ ਵਿੱਚ ਕੋਆਰਡੀਨੇਸ਼ਨ ਚਾਹੀਦਾ, ਰਿਸਟ ਮਸਲਸ ਦੇ ਨਾਲ, ਓਕੇ, ਫਿੰਗਰਸ ਦੇ ਨਾਲ, ਟੋ ਦੇ ਨਾਲ। ਤਾਂ ਇਹ ਚੀਜ਼ ਕੀ ਆ ਜਾਂਦੀ ਹੈ ਸਾਡਾ ਇਹਦੇ ਵਿੱਚ ਮਤਲਬ ਕਿ ਜਿਹੜੇ ਸਾਡੀਆਂ ਫਾਈਨ ਮੋਟਰ ਸਕਿੱਲਸ ਨੇਗੀਆਂ ਉਹ ਇੰਪਰੂਵ ਕੀਤੀਆਂ ਜਾਂਦੀਆਂ ਨੇ। ਨੋਨ ਹਾਊ ਟੂ ਮੇਕ ਦਾ ਰਾਈਟ ਸ਼ੇਪ ਆਫ ਲੈਟਰਸ, ਨੋਜ਼। ਕਹਿੰਦੇ ਬੱਚਾ ਇਹਦੇ ਵਿੱਚ ਕੀ ਜਾਣ ਜਾਂਦਾ ਗਾ ਕਿ ਮਤਲਬ ਜਿਹੜੀ ਲੈਟਰਸ ਨੂੰ ਰਾਈਟ ਸਹੀ ਸ਼ੇਪ ਕਿਵੇਂ ਦੇਣੀ ਹੈ, ਮਤਲਬ ਲਿਖਣਾ ਸਿਖਾਇਆ ਜਾਂਦਾ ਇਸ ਤਰ੍ਹਾਂ ਨਾਲ ਬੱਚਾ ਕਿਵੇਂ ਸਹੀ ਕੀ ਲੈਟਰਸ ਨੂੰ ਲਿਖ ਪਾਵੇਗਾ। ਓਕੇ, ਕੋਆਰਡੀਨੇਸ਼ਨ ਆਫ ਆਈ ਐਂਡ ਹੈਂਡ, ਇਹਦੇ ਵਿੱਚ ਅੱਖਾਂ ਦਾ ਤੇ ਹੱਥਾਂ ਦਾ ਕੋਆਰਡੀਨੇਸ਼ਨ ਹੁੰਦਾ ਗਾ। ਓਕੇ, ਨੈਕਸਟ ਹੈ ਮੈਥਡ ਆਫ ਰਾਈਟਿੰਗ ਸਕਿੱਲ। ਮੈਥਡਸ ਕੀ ਨੇਗੇ ਰਾਈਟਿੰਗ ਸਕਿੱਲ ਦੇ। ਓਕੇ, ਫਸਟ ਇਹਦੇ ਵਿੱਚ ਕਿੰਡਰਗਾਰਟਨ ਮੈਥਡ। ਕਿੰਡਰਗਾਰਟਨ ਮੈਥਡ ਦੇ ਵਿੱਚ ਕੀ ਆ ਜਾਂਦਾ ਗਾ, ਜਿਸ ਤਰ੍ਹਾਂ ਨਾਲ ਇਹ ਮਤਲਬ ਛੋਟੀਆਂ ਕਲਾਸਿਸ ਦੇ ਵਿੱਚ ਹੁੰਦਾ ਹੈ ਨਾ, ਖੇਡ ਦੇ ਵਿੱਚ ਸਿਖਾਇਆ ਜਾਂਦਾ ਬੱਚੇ ਨੂੰ। ਤਾਂ ਕਹਿੰਦੇ ਵੁਡਨ ਔਰ ਪਲਾਸਟਿਕ ਪੀਸਿਸ ਔਰ ਸਟਿਕਸ ਔਰ ਕਲੇ ਆਰ ਗਿਵਨ ਟੂ ਸਟੂਡੈਂਟਸ ਟੂ ਮੇਕ ਲੈਟਰਸ। ਠੀਕ ਹੈ, ਬੱਚਿਆਂ ਨੂੰ ਕੀ ਜਾਂ ਲੱਕੜ ਦੇ ਜਾਂ ਪਲਾਸਟਿਕ ਦੇ ਪੀਸਿਸ ਦੇ ਦਿੱਤੇ ਜਾਂਦੇ ਨੇ, ਸਟਿਕਸ ਦੇ ਦਿੱਤੀਆਂ ਜਾਂਦੀਆਂ ਨੇ, ਜਾਂ ਕੋਈ ਕਲੇ ਦੇ ਦਿੱਤੀ ਜਾਂਦੀ ਆ ਉਹਨਾਂ ਨੂੰ ਲੈਟਰਸ ਬਣਾਉਣ ਦੇ ਲਈ। ਠੀਕ ਹੈ, ਜਿੱਦਾਂ ਪਲਾਸਟਿਕ ਦੇ ਪੀਸ ਦੇ ਤੇ ਅਲੱਗ-ਅਲੱਗ ਬੱਚਿਆਂ ਨੂੰ ਜਾਂ ਸਟਿਕਸ ਦੇਤੀਆਂ ਤਾਂ ਉਹਨਾਂ ਨੂੰ ਕੀ ਹੈ ਬੱਚੇ ਜੋੜ ਕੇ ਬਣਾਉਣਗੇ ਇਸ ਤਰ੍ਹਾਂ ਨਾਲ, ਇੱਕ ਸਟਿਕ ਇੱਧਰ ਲਗਾਤੀ, ਇੱਕ ਸਟਿਕ ਇੱਧਰ ਲਗਾਤੀ, ਇੱਕ ਇੱਥੇ, ਤਾਂ ਇਹ ਬਣ ਗਈ। ਤੇ ਇਸ ਚੀਜ਼ ਇਹ ਕੀ ਹੈਗਾ, ਬੱਚੇ ਉਹਨੂੰ ਕੀ ਕਰ ਰਹੇ ਨੇ ਆਪਣਾ ਪੀਸਿਸ ਦੇ ਨਾਲ ਨਾਲੇ ਖੇਡ ਰਹੇ ਨੇ, ਖੇਡ ਦੇ ਵਿੱਚ ਕੀ ਹੋਗਾ ਸਿੱਖ ਰਹੇ ਨੇ ਲੈਟਰਸ ਬਣਾਉਣੇ। ਨੈਕਸਟ ਹੈ ਓਵਰ ਰਾਈਟਿੰਗ, ਜਿਹਨੂੰ ਟ੍ਰੇਸਿੰਗ ਮੈਥਡ ਕਹਿੰਦੇ ਨੇ। ਓਵਰ ਰਾਈਟਿੰਗ ਜਿੱਦਾਂ ਉੱਪਰ ਲਿਖਣਾ। ਹੁਣ ਛੋਟੀ ਕਲਾਸਿਸ ਦੇ ਵਿੱਚ ਵੇਖਦੇ ਹੀ ਹੈਗੇ ਕਿ ਟੀਚਰ ਨੇ ਕੀ ਕੀਤਾ, ਐਵੇਂ ਡਾਟਸ ਜੇ ਲਗਾ ਕੇ ਦੇਤੇ। ਓਕੇ, ਤਾਂ ਬੱਚੇ ਕੀ ਕਰਦੇ ਨੇ, ਇਹਨਾਂ ਨੂੰ ਫਿਲ ਕਰਦੇ ਨੇ, ਇਹਦੇ ਉੱਪਰ ਲਿਖਦੇ ਨੇ ਨਾ, ਇਹਨੂੰ ਟ੍ਰੇਸ ਕਰ ਰਹੇ ਨੇ। ਤਾਂ ਇਹ ਕੀ ਚੀਜ਼ ਹੁੰਦੀ ਹੈਗੀ, ਓਵਰ ਰਾਈਟਿੰਗ ਹੁੰਦੀ ਹੈਗੀ ਇਸ ਤਰ੍ਹਾਂ ਨਾਲ, ਹੈ ਨਾ, ਮਤਲਬ ਬੱਚੇ ਨੂੰ ਟ੍ਰੇਸ ਕਰ ਰਹੇ ਨੇ, ਟ੍ਰੇਸ ਕਰਕੇ ਜਦੋਂ ਸਿੱਖ ਰਹੇ ਨੇ ਤਾਂ ਇਹਨੂੰ ਅਸੀਂ ਬੋਲ ਦਿੰਦੇ ਇਹ ਓਵਰ ਰਾਈਟਿੰਗ ਹੈ। ਛੋਟੀ ਕਲਾਸਿਸ ਦੇ ਵਿੱਚ ਨਰਸਰੀ ਵਿੱਚ ਸਿਖਾਇਆ ਜਾਂਦਾ। ਅੱਗੇ ਫ੍ਰੀ ਇਮੀਟੇਸ਼ਨ, ਓਪਨ ਇਮੀਟੇਸ਼ਨ ਕਹਿੰਦੇ ਇਹਨੂੰ, ਬੱਚੇ ਇਮੀਟੇਟ ਕਰਕੇ ਸਿੱਖਦੇ ਨੇ। ਸਾਹਮਣੇ ਬਲੈਕ ਬੋਰਡ ਦੇ ਉੱਪਰ ਟੀਚਰ ਲਿਖ ਰਿਹਾ। ਓਕੇ, ਬਲੈਕ ਬੋਰਡ ਦੇ ਉੱਪਰ ਟੀਚਰ ਲਿਖ ਰਿਹਾ ਤਾਂ ਉਹਨੂੰ ਬੱਚੇ ਐਜ਼ ਇਟ ਇਜ਼ ਆਪਣੀ ਨੋਟਬੁੱਕਸ ਦੇ ਉੱਪਰ ਲਿਖ ਰਹੇ ਨੇ। ਉਹ ਕੀ ਕਰ ਰਹੇ, ਮਤਲਬ ਇਮੀਟੇਟ ਕਰ ਰਹੇ ਨੇ, ਕਾਪੀ ਕਰਕੇ ਸਿੱਖ ਰਹੇ ਨੇ ਜਿਹੜੇ। ਅੱਗੇ FG ਫ੍ਰੈਂਚ ਮੈਥਡ, ਚਾਈਲਡ ਲਰਨਸ ਵਿਦ ਹੈਲਪ ਆਫ ਕਲੇ ਔਰ ਸੈਂਡ। ਠੀਕ ਹੈ, FG ਫ੍ਰੈਂਚ ਵੀ ਇੱਕ ਬੰਦੇ ਦਾ ਨਾਮ ਆ, ਤਾਂ ਉਹਨੇ ਇੱਕ ਮੈਥਡ ਦਿੱਤਾ ਗਾ, ਵਿਧੀ, ਕਿ ਬੱਚਿਆਂ ਨੂੰ ਕੀ ਹੈਗਾ ਕਲੇ ਦੇ ਨਾਲ ਜਾਂ ਸੈਂਡ ਨਾਲ ਖੇਡਣ ਦਿੱਤਾ ਜਾਵੇ ਤਾਂ ਖੇਡਦੇ ਬੱਚੇ ਲੈਟਰ ਬਣਾਉਣੇ ਸਿੱਖ ਲੈਂਦੇ ਨੇ। ਓਕੇ, ਤਾਂ ਇਹਦੇ ਵਿੱਚ ਕੀ ਹੈਗਾ, ਮਤਲਬ ਖੇਡ ਦੀ ਵਿਧੀ ਰਾਹੀਂ ਬੱਚੇ ਨੂੰ ਕੀ ਹੈਗਾ ਲਿਖਣਾ ਸਿਖਾਇਆ ਜਾਂਦਾ ਗਾ। ਨੈਕਸਟ ਹੈ ਅਪਰੋਚਿਸ ਆਫ ਰਾਈਟਿੰਗ ਸਕਿੱਲ। ਰਾਈਟਿੰਗ ਸਕਿੱਲ ਦੀਆਂ ਕਿਹੜੀਆਂ ਅਪਰੋਚਿਸ ਨੇ, ਮੈਥਡਸ ਨੇ ਅੱਗੇ, ਹੈ ਨਾ, ਮਤਲਬ ਰਾਈਟਿੰਗ ਸਕਿੱਲ ਦੀਆਂ ਅਪਰੋਚ ਕਿਹੜੀਆਂ ਦੇਖੋ ਜੀ। ਪਹਿਲੀ ਹੈ ਟ੍ਰੈਡੀਸ਼ਨਲ ਮੈਥਡ, ਇਹਨੂੰ ਓਲਡ ਮੈਥਡ ਕਿਹਾ ਜਾਂਦਾ ਜੀ, ਟ੍ਰੈਡੀਸ਼ਨਲ ਮੈਥਡ ਨੂੰ, ਹੈ ਨਾ। ਤਾਂ ਓਲਡ ਮੈਥਡ ਕਿਉਂ ਕਹਿੰਦਾ ਗਾ, ਕਿਉਂਕਿ ਟ੍ਰੈਡੀਸ਼ਨਲ ਮੈਥਡ ਦੇ ਵਿੱਚ ਕੀ ਹੁੰਦਾ ਗਾ, ਰੂਲਸ ਸਿਖਾਏ ਜਾਂਦੇ ਨੇ ਸਾਨੂੰ, ਹੈ ਨਾ, ਰੂਲਸ ਆਫ ਗ੍ਰਾਮਰ ਜਿਹੜੇ ਸਾਨੂੰ ਸਿਖਾਏ ਜਾਂਦੇ ਨੇ। ਤਾਂ ਜਦੋਂ ਰੂਲ ਸਿਖਾਏ ਜਾਂਦੇ ਨੇ ਮਤਲਬ ਇਹ ਪਹਿਲੇ ਓਲਡ ਹੈ, ਕਿੱਥੇ ਤਾਂ ਬੱਚੇ ਨੂੰ ਆਪ ਕਰਕੇ ਸਿੱਖਣਾ ਬੱਚੇ ਨੇ ਨਾ, ਉਹਨੂੰ ਜਸਟ ਇੱਕ ਆਪਾਂ ਐਗਜ਼ਾਮਪਲ ਦੇਤੀ ਤਾਂ ਪਹਿਲਾਂ ਹੀ ਉਹਨੂੰ ਕੀ ਰੂਲਸ ਰਟਾਏ ਜਾਂਦੇ ਨੇ, ਤਾਂ ਇਹਨੂੰ ਤਾਂ ਹੀ ਓਲਡ ਮੈਥਡ ਕਿਹਾ ਜਾਂਦਾ। ਇਹਦੇ ਵਿੱਚ ਜਿੰਨਾ ਕੁ ਸਿੱਖਿਆ ਹੁੰਦਾ ਬੱਚੇ ਨੇ ਤਾਂ ਉਹਦੇ ਤੋਂ ਮਤਲਬ ਉਹਦੀ ਜਾਣਕਾਰੀ ਲਈ ਜਾਂਦੀ ਕਿ ਕਿੰਨਾ ਸਿੱਖ ਪਾਇਆ ਗਾ, ਨਾ, ਇਹਨੂੰ ਇਵੈਲੂਏਟ ਕੀਤਾ ਜਾਂਦਾ ਉਸ ਬੇਸ 'ਤੇ। ਨੈਕਸਟ ਹੈ ਦਾ ਮਾਡਲ ਬੇਸਡ ਅਪਰੋਚ। ਮਾਡਲ ਬੇਸਡ ਦੇ ਵਿੱਚ ਕੀ ਹੁੰਦਾ ਗਾ ਵੀ ਜਿਸ ਤਰ੍ਹਾਂ ਨਾਲ ਟੀਚਰ ਬਲੈਕ ਬੋਰਡ ਦੇ ਉੱਪਰ ਲਿਖ ਕੇ ਮਾਡਲ ਪੇਸ਼ ਕਰ ਰਿਹਾ ਹੈਗਾ। ਓਕੇ, ਟੀਚਰ ਨੇ ਇੱਥੇ ਲਿਖਿਆ ਬਲੈਕ ਬੋਰਡ ਦੇ ਉੱਪਰ ਤਾਂ ਉਹਨੇ ਆਪਣੇ ਵੱਲੋਂ ਇੱਕ ਮਾਡਲ ਪੇਸ਼ ਕੀਤਾ, ਬੱਚੇ ਉਹਨੂੰ ਕੀ ਕਰ ਰਹੇ ਨੇ ਆਪਣੇ ਨੋਟਬੁੱਕਸ 'ਤੇ ਨੋਟ ਡਾਊਨ ਕੀਤਾ ਜਾ ਰਿਹਾ, ਰਾਈਟ ਡਾਊਨ ਕਰ ਰਹੇ ਨੇ ਇਹਨੂੰ। ਤਾਂ ਇਹ ਕੀ ਹੁੰਦਾ ਮਾਡਲ ਬੇਸਡ, ਮਤਲਬ ਟੀਚਰ ਨੇ ਇੱਕ ਮਾਡਲ ਪੇਸ਼ ਕਰਤਾ ਬਲੈਕ ਬੋਰਡ ਦੇ ਉੱਪਰ ਲਿਖ ਕੇ, ਤਾਂ ਐਜ਼ ਇਟ ਇਜ਼ ਉਹਨੂੰ ਬੱਚੇ ਆਪਣੀਆਂ ਨੋਟਬੁੱਕਸ ਦੇ ਉੱਪਰ ਕਾਪੀ ਕਰ ਰਹੇ ਨੇ। ਨੈਕਸਟ ਹੈ ਪ੍ਰੋਸੈਸ ਓਰੀਐਂਟਡ ਅਪਰੋਚ। ਪ੍ਰੋਸੈਸ ਓਰੀਐਂਟਡ ਦੇ ਵਿੱਚ ਕੀ ਆ ਜਾਂਦਾ ਜੀ, ਬੱਚੇ ਨੂੰ ਸਿਖਾਉਣਾ ਗਾ ਕਿ ਹਾਊ ਟੂ
ਮਤਲਬ ਜਿਹੜਾ ਰਾਈਟ, ਠੀਕ ਆ। ਬੱਚੇ ਨੂੰ ਲਿਖਣਾ ਸਿਖਾਉਣਾ ਵੀ ਕਿਵੇਂ ਲਿਖਿਆ ਜਾਵੇ, ਇਹ ਨਹੀਂ ਸਿਖਾਉਣਾ ਕਿ ਕੀ ਲਿਖਿਆ ਜਾਵੇ, ਠੀਕ ਆ। ਮਤਲਬ ਕਹਿਣ ਦਾ ਭਾਵ ਆ ਕਿ ਇੱਕ ਤਾਂ ਹੁੰਦਾਗਾ ਵੀ ਡਿਟੇਲ ਦੇ ਵਿੱਚ ਅਸੀਂ ਪਹਿਲਾਂ ਹੀ ਦੱਸਤਾ ਬੱਚੇ ਨੂੰ ਨਾ, ਜਿਸ ਤਰ੍ਹਾਂ ਨਾਲ ਵੀ ਮਤਲਬ ਕੋਈ ਲੈਟਰ ਲਿਖਣੀ, ਐਪਲੀਕੇਸ਼ਨ ਲਿਖਣੀ ਹੈ ਕਿ ਇਹ ਲਿਖੋ ਬੱਚੇ ਟੂ ਦਾ ਪ੍ਰਿੰਸੀਪਲ, ਜੇ ਹੈ ਨਾ ਮਤਲਬ ਸਕੂਲ ਦਾ ਨਾਮ ਹੈ ਤਾਂ ਇਹ ਆਪਾਂ ਕੀ ਹੈਗਾ ਆਪਣੇ ਆਪ ਲਿਖਵਾ ਕੇ ਦੱਸਿਆ ਬੱਚੇ ਨੂੰ ਕਿ ਆਹ ਲਿਖ ਲਓ, ਤੁਸੀਂ ਰਾਈਟ ਡਾਊਨ ਕਰ ਲਓ। ਪ੍ਰੋਸੈਸ ਓਰੀਐਂਟਡ ਦੇ ਵਿੱਚ ਕੀ ਹੈਗਾ ਆਪਾਂ ਸਿਖਾਉਣਾਗਾ ਕਿ ਹਾਊ ਟੂ ਰਾਈਟ, ਨਾਟ ਵਟ ਟੂ ਰਾਈਟ, ਠੀਕ ਹੈ। ਮਤਲਬ ਕੀ ਲਿਖਣਾ, ਉਹਦੀ ਜਗ੍ਹਾ ਤੇ ਅਸੀਂ ਸਿਖਾਉਣਾ ਕਿ ਕਿਵੇਂ ਲਿਖਣਾ। ਉਹਨੂੰ ਅਸੀਂ ਐਗਜ਼ਾਮਪਲ ਦੇ ਦੇਣੀ, ਉਹਨੂੰ ਦੱਸ ਦੇਣਾ, ਆਈਡੀਆ ਦੇਣਾ ਜਸਟ ਕਿ ਐਵੇਂ ਲਿਖਣਾ। ਬੱਚਾ ਆਪਣੇ ਦਿਮਾਗ ਦੇ ਨਾਲ ਬ੍ਰੇਨਸਟੋਰਮਿੰਗ ਕਰਕੇ ਹੈ ਨਾ ਆਈਡੀਆਜ਼ ਨੂੰ ਐਕਸਪ੍ਰੈਸ ਕਰੇਗਾ। ਤਾਂ ਉਹ ਕੀ ਹੈਗਾ, ਇਹਨੂੰ ਬੋਲਦੇ ਹੈਗੇ ਅਸੀਂ ਕਹਿੰਦੇ ਹੈਗੇ ਪ੍ਰੋਸੈਸ ਓਰੀਐਂਟਡ ਸਕਿੱਲ ਹੁੰਦੀ ਹੈ ਸਾਡੀ ਅਪਰੋਚ ਆ। ਓਕੇ, ਨੈਕਸਟ ਹੈ ਇੰਟਰੈਕਟਿਵ ਜਾਂ ਰੀਅਲ ਲਾਈਫ ਰਾਈਟਿੰਗ। ਰੀਅਲ ਲਾਈਫ ਰਾਈਟਿੰਗ ਇਹਦੀ ਹੁੰਦੀ ਆ, ਇਹ ਪ੍ਰੈਕਟੀਕਲ ਹੋਣੀ ਚਾਹੀਦੀ, ਜਿਹੜੀ ਸਾਡੀ ਰੀਅਲ ਲਾਈਫ ਦੇ ਨਾਲ ਜੁੜੀ ਹੋਈ ਹੋਵੇ ਉਹਨੂੰ ਉਸ ਤਰ੍ਹਾਂ ਨਾਲ ਸਿਖਾਇਆ ਜਾਣਾ ਚਾਹੀਦਾ ਹੈਗਾ ਬੱਚੇ ਨੂੰ, ਹੈ ਨਾ। ਤਾਂ ਜੇ ਸਾਡੀ ਮਤਲਬ ਡੇਲੀ ਲਾਈਫ ਨਾਲ ਜੁੜੀਆਂ ਹੋਈਆਂ ਚੀਜ਼ਾਂ ਸਿਖਾਵਾਂਗੇ ਬੱਚੇ ਨੂੰ ਲਿਖਣਾ, ਤਾਂ ਉਹ ਨੈਚੁਰਲੀ ਗੱਲ ਆ ਕਿ ਈਜ਼ੀਲੀ ਉਹਨੂੰ ਗ੍ਰੈਸਪ ਕਰ ਪਾਉਂਦਾ ਹੈਗਾ ਬੱਚਾ, ਉਹਦਾ ਦਿਮਾਗ ਮਤਲਬ ਕਿ ਜ਼ਿਆਦਾ ਪਕੜ ਕਰੇਗਾ ਉਸ ਚੀਜ਼ ਤੇ ਜਿਹੜੀ ਉਹਦੀ ਰੀਅਲ ਲਾਈਫ ਨਾਲ ਜੁੜੀ ਹੋਈ ਚੀਜ਼ ਆ। ਓਕੇ, ਤਾਂ ਇਹ ਸੀ ਪਹਿਲੇ ਸੀ ਟ੍ਰੈਡੀਸ਼ਨਲ ਮੈਥਡ, ਇਹਦੇ ਵਿੱਚ ਗ੍ਰਾਮਰ ਦੇ ਰੂਲਸ ਸਿਖਾਏ ਜਾਂਦੇ ਨੇ ਬੱਚੇ ਨੂੰ, ਜਿਹੜੀ ਕਿ ਜ਼ਿਆਦਾ ਵਧੀਆ ਨਹੀਂ ਸਮਝੀ ਜਾਂਦੀ ਆ। ਨੈਕਸਟ ਮਾਡਲ ਬੇਸਡ ਬੱਚੇ ਟੀਚਰ ਬਲੈਕ ਬੋਰਡ ਤੇ ਲਿਖ ਰਹੇ ਨੇ ਤੇ ਬੱਚੇ ਉਹਨੂੰ ਰਾਈਟ ਡਾਊਨ ਕਰ ਰਹੇ ਨੇ। ਨੈਕਸਟ ਹੈ ਪ੍ਰੋਸੈਸ ਓਰੀਐਂਟਡ, ਜੇ ਬੱਚੇ ਨੂੰ ਸਿਖਾਉਣਾ ਕਿ ਕੀ ਲਿਖਣਾ, ਇਹ ਸਿਖਾਉਣ ਦੀ ਬਜਾਏ ਆਪਾਂ ਸਿਖਾ ਰਹੇ ਹਾਂਗੇ ਕਿ ਬੱਚੇ ਨੂੰ ਕਿ ਕਿਵੇਂ ਲਿਖਣਾਗਾ, ਉਹਨੂੰ ਜਸਟ ਆਈਡੀਆ ਦਿੱਤਾ ਗਾ ਕਿ ਉਹ ਆਪਣੇ ਦਿਮਾਗ ਨਾਲ ਲਿਖੇਗਾ। ਇੰਟਰੈਕਟਿਵ ਹੁੰਦੀ ਹੈ ਕਿ ਜਿਹੜੀ ਸਾਡੀ ਰੀਅਲ ਲਾਈਫ ਦੇ ਨਾਲ ਸੰਬੰਧਿਤ ਰਾਈਟਿੰਗ ਅਸੀਂ ਉਹਨੂੰ ਸਿਖਾਉਣੀ ਆ। ਓਕੇ ਜੀ, ਥੈਂਕ ਯੂ। ਤਾਂ ਅੱਜ ਦਾ ਆਪਣਾ ਲੈਕਚਰ ਖਤਮ ਹੁੰਦਾ। ਆਈ ਹੋਪ ਕਿ ਤੁਹਾਨੂੰ ਸਮਝ ਆਇਆ ਹੋਵੇਗਾ ਵਧੀਆ। ਚਾਰੋਂ ਸਕਿੱਲਸ ਕੰਪਲੀਟ ਹੋ ਗਈਆਂ। ਨੈਕਸਟ ਕਲਾਸ ਦੇ ਵਿੱਚ ਆਪਾਂ ਇਹਦੇ ਨਾਲ ਰਿਲੇਟਡ MCQ ਕਰਾਂਗੇ। ਥੈਂਕ ਯੂ ਸੋ ਮਚ।